Good morning, students. Once again, welcome to my YouTube channel. Today, I'm discuss about to the class 12th CBSE, PSCB, and other boards syllabus. According to this video, I am discussing about to the some important parts of to the related to the partnership. In this session, I will give their overview related to this session. In this session, we are discussing about some theoretical concept related to the partnership and as well as solving their part of to the partnership practical part. In this session, I am discussing about to the profit and loss appropriation account, and also we are giving overview related to the capital account also. Without wasting your time, we are starting from this session. Before starting this session, I will tell you which students has been come to the first time on my YouTube channel. So please subscribe my channel just to it for a bright future and press bell icon related to the updation of my new videos. Now I will start from this session. ਇਸ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇੰਟਰੋਡਕਸ਼ਨ ਆਫ ਟੂ ਦੀ ਪਾਰਟਨਰਸ਼ਿਪ ਹੁੰਦੀ ਕੀ ਆ। ਵੈਸੇ ਇਹਦੇ ਰਿਲੇਟਡ ਮੈਂ ਇੱਕ ਫਸਟ ਪਾਰਟ ਇਹਦਾ ਬਣਾਇਆ ਹੋਇਆ ਵਾ, ਤਾਂ ਉਹਦਾ ਵੀ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੂੰਗਾ। ਉਹਦੇ ਵਿੱਚ ਮੈਂ ਪੂਰੀ ਜਿਹੜੀ ਗੱਲ ਕੀਤੀ ਆ ਉਹ ਸਿਰਫ ਇਹਦੇ ਥਿਓਰੈਟੀਕਲ ਕਨਸੈਪਟ ਬਾਰੇ ਕੀਤੀ ਹੈ ਵੀ ਪਾਰਟਨਰਸ਼ਿਪ ਹੁੰਦੀ ਕੀ ਆ, ਪਾਰਟਨਰਸ਼ਿਪ ਵਿੱਚ ਕਿਹੜੇ ਐਕਟ ਆਉਂਦੇ ਆ ਤੇ ਪਾਰਟਨਰਸ਼ਿਪ ਦੇ ਵਿੱਚ ਐਕਟ ਉਹ ਕਿਵੇਂ ਇੰਪਲੀਮੈਂਟ ਹੁੰਦੇ ਆ। ਬਟ ਮੈਂ ਇਸ ਦੇ ਵਿੱਚ ਤਾਂ ਥੋੜ੍ਹਾ ਜਿਹਾ ਓਵਰਵਿਊ ਲਿਆ ਤਾਂ ਜੋ ਤੁਹਾਨੂੰ ਕੀ ਆ ਇਹ ਪ੍ਰੋਪਰ ਪ੍ਰੈਕਟੀਕਲ ਸਮਝਾਉਣ ਦੇ ਲਈ ਇਹ ਚੀਜ਼ਾਂ ਦਾ ਵੀ ਮਾਈਂਡ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਫਸਟ ਹੈ, in India we have to be a definite law of to the covering all the aspects functioning of partnership. The Indian Partnership Act 1932, the also act of to the defined to the partnership as to the relationship between two and more persons who agreed to the share their profit from to the business। ਜਿਹੜੀ ਕਿ ਪਾਰਟਨਰਸ਼ਿਪ ਕੀ ਹੁੰਦੀ ਆ, ਇਹਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਐਕਟ ਜਿਹੜਾ ਵਾ ਉਹ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ, ਕਿਉਂਕਿ ਪ੍ਰੈਕਟੀਕਲ ਇਸ ਐਕਟ ਦੇ ਵਿੱਚ ਬੇਸਡ ਹੀ ਨੇ। ਪਾਰਟਨਰਸ਼ਿਪ ਐਕਟ 1932 ਦੇ ਵਿੱਚ ਆ, ਤੇ ਇਹਦੇ ਵਿੱਚ ਜਿਹੜਾ ਵਾ ਉਹ ਅਸੀਂ ਕੰਸੀਡਰ ਕਰਦੇ ਹਾਂ ਵੀ ਅਸੀਂ ਕਿੰਨੀ ਅਰਨਿੰਗ ਜਿਹੜੀ ਆ ਉਹ ਵੰਡਾਂਗੇ, ਕਿਸ ਸ਼ੇਅਰ ਦੇ ਵਿੱਚ ਵੰਡਾਂਗੇ ਤੇ ਬਿਜ਼ਨਸ ਦੇ ਵਿੱਚ ਕਿਸ ਤਰੀਕੇ ਨਾਲ ਅਸੀਂ ਕੈਰੀ ਆਊਟ ਕਰਾਂਗੇ ਤੇ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਕੰਸੀਡਰ ਕੀਤੀਆਂ ਜਾਣਗੀਆਂ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਗਈਆਂ ਹੁੰਦੀਆਂ ਨੇ। ਪਾਰਟਨਰਸ਼ਿਪ ਐਕਟ ਜਿਹੜਾ ਵਾ 1932 ਇਹ ਦੋ ਪਾਰਟਸ ਦੇ ਵਿੱਚ ਵੀ ਡਿਵਾਈਡ ਕੀਤਾ ਗਿਆ ਵੀ ਵਿਦਆਊਟ ਨੋ ਡੀਡ, ਨੋ ਪਾਰਟਨਰਸ਼ਿਪ ਡੀਡ, ਔਰ ਇੱਕ ਹੁੰਦਾ ਵਾ ਵਿਦ ਪਾਰਟਨਰਸ਼ਿਪ ਡੀਡ। ਇਹਨਾਂ ਦੋਹਾਂ ਦੇ ਜਿਹੜੇ ਅਲੱਗ-ਅਲੱਗ ਕੇਸਿਸ ਬਣਦੇ ਆ ਤੇ ਜ਼ਿਆਦਾਤਰ ਇੰਪੋਰਟੈਂਟ ਜਿਹੜੀ ਹੁੰਦੀ ਆ ਉਹ ਕਿਹੜੀ ਆ, ਪਾਰਟਨਰਸ਼ਿਪ ਡੀਡ ਜਿਹੜੀ ਆ ਉਹ ਡੀਡ ਅੱਜ ਕੱਲ੍ਹ ਕੰਸੀਡਰ ਕੀਤੀ ਜਾਂਦੀ ਹੁੰਦੀ ਹੈ, ਕਿਉਂਕਿ ਇਹ ਡੀਡਸ ਦੇ ਨਾਲ ਹੀ ਸਾਰੇ ਰੂਲ ਰੈਗੂਲੇਸ਼ਨ ਲਿਖੇ ਹੁੰਦੇ ਆ ਵੀ ਅਸੀਂ ਪਾਰਟਨਰਸ਼ਿਪ ਨੂੰ ਕਿੱਦਾਂ ਆਪਰੇਟ ਕਰਾਂਗੇ, ਕਿਵੇਂ ਪ੍ਰੋਫਿਟ ਸ਼ੇਅਰਿੰਗ ਵੰਡੀ ਜਾਏਗੀ ਤੇ ਕੀ ਸੈਲਰੀਜ਼ ਤੇ ਕਮਿਸ਼ਨ ਦਿੱਤੀਆਂ ਜਾਣਗੀਆਂ ਸਾਰੇ ਪਾਰਟਨਰਸ ਨੂੰ। ਤਾਂ ਇਸ ਰਿਲੇਟਡ ਸਾਰੀ ਗੱਲਾਂ ਇਹਦੇ ਉੱਤੇ ਡਿਸਕਸ ਕੀਤੀਆਂ ਗਈਆਂ ਹੁੰਦੀਆਂ ਨੇ। ਨੈਕਸਟ ਜਿਹੜਾ ਨੀਚੇ ਦਿੱਤਾ ਉਹ ਬਸ ਜਸਟ ਇਹੀ ਆ ਵੀ ਦੋ ਜਾਂ ਦੋ ਤੋਂ ਵੱਧ ਪਾਰਟਨਰਸ ਹੋਣੇ ਚਾਹੀਦੇ ਆ ਤੇ ਉਹ ਸਾਰੇ ਕੀ ਆ ਇੱਕ ਦੂਸਰੇ ਨਾਲ ਕੌਨਸ਼ੀਅਸ ਹੋਣ ਤੇ ਇੱਕ ਕਾਮਨ ਗੋਲ ਨੂੰ ਅਚੀਵ ਕਰਨ ਬਾਰੇ ਸੋਚਦੇ ਹੋਣ। ਤਾਂ ਇਹ ਗੱਲਾਂ ਦੱਸੀਆਂ ਨੇ, ਸਾਡੇ ਲਈ ਇੰਨੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀਆਂ। ਗੱਲ ਕਰਦੇ ਹਾਂ ਪਾਰਟਨਰਸ਼ਿਪ ਡੀਡ ਦੇ ਬਾਰੇ। ਪਾਰਟਨਰਸ਼ਿਪ ਡੀਡ ਕੀ ਹੁੰਦੀ ਆ? ਪਾਰਟਨਰਸ਼ਿਪ ਡੀਡ ਜਿਹੜੀ ਹੁੰਦੀ ਆ ਉਹ ਪਾਰਟਨਰਸ਼ਿਪ ਐਕਟ 1932 ਦੇ ਲਈ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਰਿਟਨ ਐਗਰੀਮੈਂਟ ਹੁੰਦਾ ਵਾ ਅਮੰਗਸਟ ਟੂ ਦੀਆਂ ਪਾਰਟਨਰਸ, ਵੀ ਜਿੰਨੇ ਪਾਰਟਨਰਸ ਹੁੰਦੇ ਉਹਨਾਂ ਵਿੱਚ ਇੱਕ ਰਿਟਨ ਐਗਰੀਮੈਂਟ ਹੁੰਦਾ ਜਿਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਦੇ ਆ। ਫੋਰ ਐਗਜ਼ਾਮਪਲ ਵੀ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਸਾਡੀ ਕਿੰਨੀ ਹੋਏਗੀ, ਕਿਹਨੂੰ ਸੈਲਰੀ ਮਿਲੇਗੀ, ਕਿਹਨੂੰ ਕਮਿਸ਼ਨ ਮਿਲੇਗਾ, ਕਿਹਨੂੰ ਪਾਰਟਨਰਸ ਦੇ ਵਿੱਚ ਇੰਟਰਸਟ ਔਨ ਪਾਰਟਨਰਸ ਕੈਪੀਟਲ ਮਿਲੇਗਾ, ਡਰਾਇੰਗਸ ਦਾ ਇੰਟਰਸਟ ਕਿੰਨਾ ਹੋਏਗਾ ਜਾਂ ਡਰਾਇੰਗ ਕਿੰਨੀ ਹੋਏਗੀ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕੰਸੀਡਰ ਕੀਤੀਆਂ ਜਾਂਦੀਆਂ ਨੇ ਪਾਰਟਨਰਸ਼ਿਪ ਡੀਡ ਦੇ ਵਿੱਚ। ਇਹ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਮੰਨਿਆ ਜਾਂਦਾ ਕਿਉਂਕਿ ਇਹੀ ਰਿਟਨ ਡਾਕੂਮੈਂਟ ਹੁੰਦਾ ਜਿਹਦੇ ਬੇਸ ਦੇ ਉੱਤੇ ਅਸੀਂ ਕੀ ਆ ਆਪਣੀ ਪਾਰਟਨਰਸ਼ਿਪ ਨੂੰ ਕੈਰੀ ਆਊਟ ਕਰਦੇ ਹਾਂ। ਤੇ ਇਹ ਐਕਟ ਜੇਕਰ ਹੁੰਦਾ ਵਾ ਤਾਂ ਇਹਦਾ ਬੈਨੀਫਿਟ ਇਹ ਹੁੰਦਾ ਵੀ ਜਿੰਨੇ ਵੀ ਪਾਰਟਨਰਸ ਹੋਣਗੇ ਤਾਂ ਉਹਨਾਂ ਦੇ ਵਿੱਚ ਕੋਈ ਵੀ ਫਰਾਡ ਹੋਣ ਦੇ ਚਾਂਸਿਸ ਬਹੁਤ ਘੱਟ ਜਾਂਦੇ ਆ। ਬਟ ਜੇਕਰ ਤੁਸੀਂ ਪਾਰਟਨਰਸ਼ਿਪ ਡੀਡ ਤੋਂ ਬਿਨਾਂ ਵੀ ਤੁਸੀਂ ਇੱਕ ਪਾਰਟਨਰਸ਼ਿਪ ਦੇ ਵਿੱਚ ਐਂਟਰ ਹੋ ਸਕਦੇ, ਜਿਹਨੂੰ ਵਰਬਲ ਕੰਟਰੈਕਟ ਕਿਹਾ ਜਾਂਦਾ, ਪਰ ਉਹ ਪਾਰਟਨਰਸ਼ਿਪ ਡੀਡ ਨਹੀਂ ਹੁੰਦੀ, ਉਹ ਨੋ ਪਾਰਟਨਰਸ਼ਿਪ ਡੀਡ ਹੁੰਦੀ ਆ। ਤੇ ਉਹਦੇ ਵਿੱਚ ਜੇਕਰ ਕੰਪਲੀਕੇਸ਼ਨ ਆਉਂਦੀਆਂ ਨੇ ਤਾਂ ਉਹਦੇ ਰੂਲ ਰੈਗੂਲੇਸ਼ਨ ਡਿਫਰੈਂਟ ਨੇ। ਤਾਂ ਹੁਣ ਇਹਦੇ ਵਿੱਚ ਅਸੀਂ ਪਾਰਟਨਰਸ਼ਿਪ ਡੀਡ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਇਨਕਲੂਡ ਕਰਾਂਗੇ ਉਹਦੇ ਬਾਰੇ ਡਿਸਕਸ ਕਰਦੇ ਹਾਂ। ਫਸਟ ਹੈਗਾ ਜਿਵੇਂ ਆਬਜੈਕਟਿਵ ਆਫ ਟੂ ਦੀਆਂ ਪਾਰਟਨਰਸ, ਵੀ ਅਸੀਂ ਬਿਜ਼ਨਸ ਕਿਸ ਚੀਜ਼ ਲਈ ਖੋਲ੍ਹ ਰਹੇ ਹਾਂ। ਨੈਕਸਟ ਹੈਗਾ ਨੇਮ ਐਂਡ ਐਡਰੈਸ ਆਫ ਫਰਮ, ਵੀ ਫਰਮ ਦਾ ਜਿਹੜਾ ਐਡਰੈਸ ਆ ਤੇ ਉਹ ਕਿੱਥੇ ਆ ਤੇ ਉਹਦਾ ਨਾਮ ਕੀ ਰੱਖਿਆ ਹੋਇਆ। ਨੈਕਸਟ ਹੈਗਾ ਵਾ ਨੇਮ ਐਂਡ ਐਡਰੈਸ ਆਫ ਟੂ ਦੀ ਆਲ ਪਾਰਟਨਰ, ਵੀ ਜਿੰਨੇ ਪਾਰਟਨਰ ਹੋਣਗੇ ਉਹਨਾਂ ਦੇ ਨਾਮ ਤੇ ਪਲੱਸ ਉਹਨਾਂ ਦਾ ਐਡਰੈਸ। ਨੈਕਸਟ ਹੈਗਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਕੀ ਰੱਖਣਗੇ, ਇਕੁਅਲੀ ਰੱਖ ਰਹੇ ਨੇ ਜਾਂ ਜਿੰਨੀ ਵੀ ਰੇਸ਼ੋ ਰੱਖ ਰਹੇ ਵੀ ਜਿਹਨੇ ਕੈਪੀਟਲ ਜ਼ਿਆਦਾ ਲਗਾਈ ਤਾਂ ਉਹਦੇ ਅਕੋਰਡਿੰਗ ਰੱਖ ਰਹੇ ਆ, ਜਾਂ ਜਿਹੜੇ ਵਧੀਆ ਵਰਕਿੰਗ ਕਰ ਰਹੇ ਆ ਉਹਦੇ ਅਕੋਰਡਿੰਗ ਰੱਖ ਰਹੇ ਆ। ਸਾਰੀਆਂ ਕੁਝ ਪਹਿਲਾਂ ਹੀ ਡਿਸਕਸ ਹੋ ਜਾਂਦੀਆਂ ਨੇ। ਫਿਫਥ ਹੈਗਾ ਵਾ ਕੰਟਰੀਬਿਊਸ਼ਨ ਟੂ ਦੀ ਕੈਪੀਟਲ ਬਾਈ ਦੀ ਈਚ ਪਾਰਟਨਰਸ, ਵੀ ਜਿੰਨੇ ਪਾਰਟਨਰਸ ਨੇ ਉਹ ਕੈਪੀਟਲ ਦੀ ਕੰਟਰੀਬਿਊਸ਼ਨ ਵੀ ਕਰਦੇ ਆ। ਕੁਝ ਕੁ ਪਾਰਟਨਰ ਇੱਦਾਂ ਹੁੰਦੇ ਜਿਹੜੇ ਕਿ ਕੈਪੀਟਲ ਨੂੰ ਕੰਟਰੀਬਿਊਟ ਨਹੀਂ ਕਰਦੇ ਪਰ ਫਿਰ ਵੀ ਉਹ ਪਾਰਟਨਰਸ ਬਣ ਜਾਂਦੇ ਆ ਤੇ ਉਹਨਾਂ ਦਾ ਵੀ ਸ਼ੇਅਰ ਹੁੰਦਾ ਵਾ ਪ੍ਰੋਫਿਟ ਦੇ ਵਿੱਚ। ਇਹ ਕੀ ਆ ਉਹ ਸਟਾਰਟਿੰਗ ਦੇ ਵਿੱਚ ਵੀ ਕਰ ਸਕਦੇ ਆ, ਬਿਟਵੀਨ ਵੀ ਕਰ ਸਕਦੇ ਆ। ਪਾਰਟਨਰਸ਼ਿਪ ਇਹ ਡਿਪੈਂਡ ਕਰੇਗਾ ਉਹਨਾਂ ਦੇ ਕੰਡੀਸ਼ਨਸ ਦੇ ਉੱਤੇ। ਨੈਕਸਟ ਹੈਗਾ ਰਾਈਟ ਐਂਡ ਟਾਈਪਸ ਆਫ ਟੂ ਦੀਆਂ ਰੂਲਸ ਐਂਡ ਡਿਊਟੀਜ਼ ਆਫ ਦੀਆਂ ਪਾਰਟਨਰ, ਇਹ ਵੀ ਦੱਸਿਆ ਜਾਂਦਾ ਵੀ ਕਿਹੜੇ ਅਧਿਕਾਰ ਕਿਹੜੇ ਪਾਰਟਨਰਸ ਦੇ ਨੇ ਤੇ ਉਹਨਾਂ ਦੇ ਕੀ ਕੰਮ ਆ ਤੇ ਉਹਨਾਂ ਦੀ ਕੀ ਜ਼ਿੰਮੇਵਾਰੀਆਂ ਨੇ। ਸੈਵਨਥ ਹੈਗਾ ਡਿਊਰੇਸ਼ਨ ਆਫ ਟੂ ਦੀਆਂ
ਪਾਰਟਨਰਸ਼ਿਪ ਵੀ ਪਾਰਟਨਰਸ਼ਿਪ ਫਰਮ ਕਿੰਨੇ ਸਮੇਂ ਲਈ ਹੋਏਗੀ, ਇਹ ਸਭ ਤੋਂ ਇੰਪੋਰਟੈਂਟ ਹੁੰਦਾ ਵਾ। ਇਹਦੇ ਵਿੱਚ ਹੀ ਸਾਡੇ ਜਿਹੜੇ ਅੱਗੇ ਅੱਗੇ ਚੈਪਟਰ ਬਣ ਜਾਂਦੇ, ਜਿਵੇਂ ਐਡਮਿਸ਼ਨ ਦਾ ਚੈਪਟਰ ਬਣੇਗਾ, ਫਿਰ ਤੁਹਾਡਾ ਰਿਟਾਇਰਮੈਂਟ ਦਾ ਬਣੇਗਾ, ਫਿਰ ਤੁਹਾਡਾ ਬਣੇਗਾ ਡਿਸੋਲਿਊਸ਼ਨ ਦਾ ਬਣੇਗਾ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਕੰਸੀਡਰ ਕੀਤੀਆਂ ਜਾਣਗੀਆਂ। ਡਿਊਰੇਸ਼ਨ ਆਫ ਪਾਰਟਨਰਸ਼ਿਪ ਦੇ ਉੱਤੇ ਬੇਸਡ ਹੁੰਦੀ ਆ ਵੀ ਜੇਕਰ ਤੁਸੀਂ ਪਾਰਟਨਰਸ਼ਿਪ ਚਲਾਉਣਾ ਚਾਹੁੰਦੇ ਹੋ, ਇੱਕ ਨਵਾਂ ਪਾਰਟਨਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਉਹਦਾ ਕੀ ਟਰੀਟਮੈਂਟ ਹੋਣਗੀਆਂ। ਜੇਕਰ ਕੋਈ ਪਾਰਟਨਰ ਛੱਡ ਕੇ ਜਾਣਾ ਚਾਹੁੰਦਾ ਤਾਂ ਉਹ ਰਿਟਾਇਰਮੈਂਟ ਦੇ ਵਿੱਚ ਕੀ ਟਰੀਟਮੈਂਟਾਂ ਹੋਣਗੀਆਂ, ਅਤੇ ਜੇਕਰ ਫਰਮ ਹੀ ਖਤਮ ਹੋ ਜਾਵੇ ਤਾਂ ਉਹ ਕਿਸ ਤਰੀਕੇ ਦੇ ਟਰੀਟਮੈਂਟ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਜਾਂਦੀਆਂ ਨੇ। ਇਹ ਡਿਊਰੇਸ਼ਨ ਜਿੰਨੀ ਡਿਊਰੇਸ਼ਨ ਦੱਸੀ ਹੁੰਦੀ ਹੈ ਕਿ ਜੇਕਰ ਕਿਸੇ ਪਰਸਨ ਨੇ ਕਹਿਤਾ ਵੀ ਅਸੀਂ 2 ਮੰਥ ਦੇ ਹੀ ਇਹ ਬਿਜ਼ਨਸ ਰਨ ਕਰ ਰਹੇ ਹਾਂ, ਤਾਂ ਉਹ ਬਿਜ਼ਨਸ ਆਟੋਮੈਟਿਕਲੀ ਕੀ ਹੋਏਗਾ, ਖਤਮ ਹੋ ਜਾਏਗਾ ਪਾਰਟਨਰਸ਼ਿਪ ਦਾ, ਕਿਉਂਕਿ 2 ਮੰਥ ਦਾ ਐਗਰੀਮੈਂਟ ਸੀ ਉਹ ਖਤਮ ਹੋ ਜਾਏਗਾ। ਤਾਂ ਉਦੋਂ ਬਾਅਦ ਉਹ ਜੇ ਫਰਦਰ ਕੰਟਰੈਕਟ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਫਿਰ ਦੁਬਾਰਾ ਤੋਂ ਪਾਰਟਨਰਸ਼ਿਪ ਡੀਡ ਦੇ ਵਿੱਚ ਐਂਟਰ ਹੋਣਾ ਪਏਗਾ, ਅਦਰਵਾਈਜ਼ ਜਿਹੜਾ ਉਹ ਆਪਣੇ ਆਪ ਹੀ ਕਲੋਜ਼ ਹੋ ਜਾਏਗੀ। ਤਾਂ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਪੈਂਦਾ ਕਿਉਂਕਿ ਡਿਊਰੇਸ਼ਨ ਦੱਸੀ ਹੁੰਦੀ ਹੈ। ਜੇਕਰ ਡਿਊਰੇਸ਼ਨ ਨਾ ਦੱਸੀ ਹੋਵੇ ਤਾਂ ਉਹ ਲੌਂਗ ਟਾਈਮ ਤੱਕ ਵੀ ਖਤਮ ਕਰ ਸਕਦੇ, ਜਦੋਂ ਉਹਨਾਂ ਜੀ ਕਰੇਗਾ ਤਾਂ ਉਦੋਂ ਕਰ ਸਕਦੇ ਆ। ਨੈਕਸਟ ਸਾਡੇ ਕੋਲ ਪੁਆਇੰਟ ਹੈ, ਇਹਦੇ ਬਾਰੇ ਅਸੀਂ ਡਿਸਕਸ ਕਰ ਲਿਆ। ਨੈਕਸਟ ਗੱਲ ਕਰਦੇ ਹਾਂ ਰੇਟ ਆਫ ਇੰਟਰਸਟ ਐਂਡ ਕੈਪੀਟਲ ਐਂਡ ਡਰਾਇੰਗਸ ਐਂਡ ਲੋਨਸ, ਵੀ ਇਹ ਸਭ ਤੋਂ ਇੰਪੋਰਟੈਂਟ ਹੁੰਦਾ ਵਾ। ਇੰਟਰਸਟ ਔਨ ਕੈਪੀਟਲ, ਜਿਹੜੇ ਬੰਦੇ ਜਿੰਨਾ ਪੈਸਾ ਲਾਇਆ ਤਾਂ ਉਹਨੂੰ ਵਿਆਜ ਦੇਣਾ ਪੈਂਦਾ ਵਾ। ਪਾਰਟਨਰਸ਼ਿਪ ਫਰਮ ਇੱਕ ਇੱਦਾਂ ਦੀ ਆ ਜਿਹਦੇ ਵਿੱਚ ਜੇਕਰ ਕੋਈ ਪਰਸਨ, ਜਿਵੇਂ ਕਿ ਪਾਰਟਨਰਸ ਜਿਹੜੇ ਹੁੰਦੇ ਆ ਉਹ ਓਨਰਸ ਹੁੰਦੇ ਆ, ਤਾਂ ਓਨਰਸ ਵੀ ਆਪਣਾ ਇੰਟਰਸਟ ਲੈਂਦੇ ਆ ਜੇਕਰ ਉਹ ਪੈਸਾ ਲਾਉਂਦੇ ਆ। ਜੇਕਰ ਉਹ ਪੈਸਾ ਕਢਾਉਂਦੇ ਆ, ਡਰਾਇੰਗਸ ਕਢਾਉਂਦੇ ਆ ਯਾਨੀ ਕਿ ਪਰਸਨਲ ਯੂਜ਼ ਲਈ, ਤਾਂ ਉਹਨਾਂ ਨੂੰ ਪੈਸਾ ਦੇਣਾ ਪੈਂਦਾ ਫਰਮ ਨੂੰ, ਅਤੇ ਲੋਨ ਵੀ ਦੇ ਸਕਦੇ ਆ, ਅਤੇ ਉਹਨਾਂ ਨੂੰ ਸੈਲਰੀਜ਼ ਵੀ ਪ੍ਰੋਵਾਈਡ ਹੁੰਦੀਆਂ ਨੇ, ਅਤੇ ਉਹਨਾਂ ਨੂੰ ਹੀ ਕਮਿਸ਼ਨ ਮਿਲਦਾ, ਅਤੇ ਉਹ ਹੀ ਪਾਰਟਨਰਸ, ਜਿਹੜੇ ਪਾਰਟਨਰਸ ਜਿਨ੍ਹਾਂ ਬਾਰੇ ਕਿਹਾ ਗਿਆ ਉਹ ਸਿਰਫ ਉਹਨਾਂ ਨੂੰ ਹੀ ਮਿਲੇਗਾ, ਜਿਹੜਾ ਕਿ ਪਾਰਟਨਰਸ਼ਿਪ ਡੀਡ ਦੇ ਵਿੱਚ ਪਹਿਲਾਂ ਹੀ ਮੈਂਸ਼ਨ ਹੁੰਦਾ। ਇਹ ਇੱਕ ਅਜਿਹੀ ਫਰਮ ਆ ਜਿਹਦੇ ਵਿੱਚ ਕੀ ਹੁੰਦਾ ਵਾ, ਓਨਰ ਜੇਕਰ ਉਹ ਕੰਮ ਵੀ ਕਰਦਾ ਤਾਂ ਉਹਦੇ ਵੀ ਚੀਜ਼ ਉਹ ਚਾਰਜ ਕਰਦਾ ਵਾ, ਤਾਂ ਇਹਦੇ ਵਿੱਚ ਫਰਾਡ ਹੋਣ ਦੇ ਕਾਫੀ ਚਾਂਸਿਸ ਹੁੰਦੇ ਆ। ਤਾਂ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਕੀ ਹੈ, ਇੱਕ ਡੀਡ ਬਣਾ ਦਿੱਤੀ ਪਾਰਟਨਰਸ਼ਿਪ ਡੀਡ, ਤਾਂ ਜੋ ਉਹ ਚੈੱਕ ਕਰ ਸਕਣ ਵੀ ਕਿੰਨਾ ਪ੍ਰੋਫਿਟ ਹੋ ਰਿਹਾ ਅਤੇ ਕਿਸ ਚੀਜ਼ ਦੀਆਂ ਪ੍ਰੋਬਲਮਸ ਜਾਂ ਉਹ ਫਰਾਡ ਜੇਕਰ ਹੋਇਆ ਤਾਂ ਉਹਨੂੰ ਕਿਸ ਤਰੀਕੇ ਨਾਲ ਸੌਟ ਆਊਟ ਕੀਤਾ ਜਾਵੇ। ਉਹ ਸਾਰੀਆਂ ਚੀਜ਼ਾਂ ਪਾਰਟਨਰਸ਼ਿਪ ਡੀਡ ਦੇ ਵਿੱਚ ਉਹਨਾਂ ਨੇ ਕੰਸੀਡਰ ਕੀਤੀਆਂ ਨੇ। 10th ਪੁਆਇੰਟ ਹੈਗਾ ਰੂਲ ਰਿਗਾਰਡਿੰਗ ਟੂ ਦੀ ਐਡਮਿਸ਼ਨ ਐਂਡ ਰਿਟਾਇਰਮੈਂਟ, ਡੈਥ ਐਂਡ ਡਿਸੋਲਿਊਸ਼ਨ ਆਫ ਟੂ ਦੀ ਫਰਮ। ਇਹਦੇ ਵਿੱਚ ਰੂਲ ਦੱਸੇ ਹੋਏ ਨੇ ਵੀ ਕਿਸ ਤਰੀਕੇ ਨਾਲ ਪਰਸਨ ਨੂੰ ਐਡਮਿਟ ਕਰਨਾ ਵਾ, ਕਿਸ ਤਰੀਕੇ ਨਾਲ ਰਿਟਾਇਰਮੈਂਟ ਹੋਏਗੀ, ਜੇਕਰ ਡੈਥ ਹੋ ਗਈ ਪਾਰਟਨਰ ਦੀ ਕਿੱਦਾਂ ਕੰਸੀਡਰ ਹੋਏਗਾ, ਜੇਕਰ ਫਰਮ ਹੀ ਖਤਮ ਹੋ ਗਈ ਤਾਂ ਕਿਸ ਤਰੀਕੇ ਨਾਲ ਕੀਤਾ ਜਾਏਗਾ। ਇਹ ਸਾਰੇ ਰੂਲ ਰੈਗੂਲੇਸ਼ਨ ਇਹਦੇ ਵਿੱਚ ਦੱਸੇ ਗਏ ਨੇ। ਨੈਕਸਟ ਹੈ ਸਾਡੇ ਕੋਲ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ। ਇਹ ਹੁਣ ਸਾਡਾ ਜਿਹੜਾ ਪ੍ਰੈਕਟੀਕਲ ਵਰਕ ਆ ਉਹ ਸਟਾਰਟ ਹੋ ਰਿਹਾ ਵਾ, ਵੀ ਪ੍ਰੈਕਟੀਕਲ ਵਰਕ ਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਕੀ ਹੁੰਦਾ, ਉਹ ਕਿਸ ਤਰੀਕੇ ਨਾਲ ਵਰਕ ਕਰਦਾ ਵਾ, ਅਤੇ ਕਿਸ ਤਰੀਕੇ ਨਾਲ ਇੱਕ ਫਰਮ ਆ ਉਹਨੂੰ ਬਣਾਇਆ ਜਾਂਦਾ ਵਾ। ਇਸ ਦਾ ਪ੍ਰੈਕਟੀਕਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੀ ਆ, ਇਹਦੇ ਕੁਝ ਕੁ ਥਿਓਰੈਟੀਕਲ ਕਨਸੈਪਟ ਵੀ ਆ ਜਿਹੜੇ ਉਹ ਸਮਝਾਂਗੇ ਵੀ ਇਹ ਹੁੰਦਾ ਕਿਉਂ ਬਣਾਇਆ ਜਾਂਦਾ। ਦੇਖੋ, ਇਟ ਇਜ਼ ਦੀ ਸਪੈਸ਼ਲ ਅਕਾਊਂਟ ਦੈਟ ਦੀ ਫਰਮਸ ਟੂ ਦੀ ਪ੍ਰਪੇਅਰ ਟੂ ਸ਼ੋ ਦੇਅਰ ਡਿਸਟਰੀਬਿਊਸ਼ਨ ਆਫ ਦੀ ਪ੍ਰੋਫਿਟ ਲਾਸ ਅਮੰਗਸਟ ਟੂ ਦੀ ਪਾਰਟਨਰਸ ਆਫ ਔਰ ਆ ਪਾਰਟਨਰਸ ਕੈਪੀਟਲ। ਵੀ ਇਹਦੇ ਵਿੱਚ ਦੱਸਿਆ ਜਾਂਦਾ ਵੀ ਉਹ ਕਿਸ ਤਰੀਕੇ ਨਾਲ ਜਿਹੜਾ ਪ੍ਰੋਫਿਟ ਐਂਡ ਲਾਸ ਆ ਜਿਹੜੇ ਪਾਰਟਨਰਸ ਚੱਲ ਰਹੇ ਨੇ ਉਹਨਾਂ ਨਾਲ, ਜਿਨ੍ਹਾਂ ਨੇ ਪੈਸਾ ਲਗਾਇਆ ਵਾ, ਉਹਨਾਂ ਨੂੰ ਕਿਸ ਤਰੀਕੇ ਨਾਲ ਵੰਡਿਆ ਜਾਊਗਾ, ਅਤੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਕੰਸੀਡਰ ਕੀਤੀਆਂ ਜਾਣਗੀਆਂ, ਉਹ ਸਾਰੀਆਂ ਗੱਲ ਕੀਤੀਆਂ ਜਾਂਦੀਆਂ ਨੇ। ਨੈਕਸਟ ਹੈਗਾ ਦਿਸ ਅਕਾਊਂਟ ਇਜ਼ ਸ਼ੁੱਡ ਬੀ ਨਾਟ ਟੂ ਬੀ ਕਨਫਿਊਜ਼ਡ ਵਿਦ ਦੀ typical profit and loss account, but rather it seems to be an extension, it is making to the profit and loss account। ਕਹਿੰਦੇ ਵੀ ਜਿਹੜਾ ਇਹ ਕੀ ਹੈ, ਇੱਕ ਟਿਪੀਕਲ ਨਹੀਂ ਹੈਗਾ ਜਿਹੜਾ ਅਸੀਂ +1 ਦੇ ਵਿੱਚ ਪੜ੍ਹਿਆ ਪ੍ਰੋਫਿਟ ਐਂਡ ਲਾਸ ਅਕਾਊਂਟ, ਜਿਹੜਾ ਕਿ ਫਰਮ ਦੇ ਕੇਸ ਦੇ ਵਿੱਚ ਬਣਦਾ ਹੁੰਦਾ, ਸੌਰੀ ਕੰਪਨੀ ਦੇ ਕੇਸ ਦੇ ਵਿੱਚ ਬਣਦਾ ਹੁੰਦਾ, ਜਿਹਨੂੰ ਅਸੀਂ ਫਾਈਨਲ ਅਕਾਊਂਟ ਕਹਿੰਦੇ ਆ। ਤਾਂ ਉਹਦੇ ਨਾਲ ਥੋੜ੍ਹਾ ਜਿਹਾ ਈਜ਼ੀ ਆ, ਬਟ ਉਹਦੀ ਕੀ ਹੈ ਐਕਸਟੈਂਸ਼ਨ ਆ, ਯਾਨੀ ਕਿ ਜਿਹੜਾ ਪ੍ਰੋਫਿਟ ਐਂਡ ਲਾਸ ਦਾ ਜਿਹੜਾ ਵੀ ਪ੍ਰੋਫਿਟ ਹੋਏਗਾ ਜਾਂ ਲਾਸ ਹੋਏਗਾ ਉਹ ਇਸ ਅਕਾਊਂਟ ਦੇ ਵਿੱਚ ਕੰਸੀਡਰ ਕੀਤਾ ਜਾਏਗਾ। ਹੁਣ ਤੁਸੀਂ ਇਹਦਾ ਸਕਰੀਨਸ਼ਾਟ ਵੀ ਮਾਰ ਸਕਦੇ ਹੋ, ਜਿਹਦੇ ਵਿੱਚ ਆ ਆਈਟਮਸ ਲਿਖੇ ਹੋਏ ਨੇ, ਡੈਬਿਟ ਸਾਈਡ ਆਈਟਮ ਜਿਹੜੇ ਅਸੀਂ ਇਨਕਲੂਡ ਕਰਾਂਗੇ ਇਸ ਅਕਾਊਂਟ ਦੇ ਵਿੱਚ। ਤਾਂ ਜਿਹਨੇ ਪਰਸਨ ਜਾਂ ਤਾਂ ਇਹ ਅੱਗੇ ਜਾ ਕੇ ਮੈਂ ਇੱਕ ਪਰਫਾਰਮਾ ਵੀ ਦਿੱਤਾ ਹੈ ਤਾਂ ਤੁਸੀਂ ਉਹ ਪਰਫਾਰਮਾ ਦਾ ਵੀ ਸਕਰੀਨਸ਼ਾਟ ਮਾਰ ਸਕਦੇ ਹੋ, ਜਾਂ ਬੁੱਕਸ ਤੋਂ ਵੀ ਦੇਖ ਸਕਦੇ ਹੋ, ਜੇ ਤੁਸੀਂ ਚਾਹੋ ਤਾਂ ਇੱਥੋਂ ਵੀ ਨੋਟ ਡਾਊਨ ਕਰ ਸਕਦੇ ਹੋ। ਸਟਾਰਟ ਕਰਦੇ ਹਾਂ ਇਹ ਟੌਪਿਕ ਤੋਂ। ਪਹਿਲਾ ਹੈਗਾ ਨੈਟ ਲਾਸ ਆਫ ਟ੍ਰਾਂਸਫਰ ਆਫ ਟੂ ਦੀ ਪ੍ਰੋਫਿਟ ਐਂਡ ਲਾਸ। ਜਿਹੜਾ ਪ੍ਰੋਫਿਟ ਐਂਡ ਲਾਸ ਦਾ ਨੈਟ ਲਾਸ ਹੋਏਗਾ ਉਹ ਡੈਬਿਟ ਸਾਈਡ ਸ਼ੋ ਹੋਏਗਾ। ਠੀਕ ਹੈ ਜੀ। ਹੁਣ ਡੈਬਿਟ ਸਾਈਡ ਕਿੱਦਾਂ ਹੋਏਗੀ, ਦੇਖੋ ਇਹ ਅਕਾਊਂਟ ਇੱਦਾਂ ਬਣੇਗਾ ਟੀ ਸ਼ੇਪ ਦੇ ਵਿੱਚ, ਅਤੇ ਇਹਦੇ ਵਿੱਚ ਇੱਧਰਲੀ ਸਾਈਡ 2 ਹੋਏਗੀ ਜਿਹਨੂੰ ਅਸੀਂ ਡੈਬਿਟ ਸਾਈਡ ਕਹਿੰਦੇ ਹਾਂ। ਠੀਕ ਹੈ ਜੀ। ਇੱਧਰ ਹੋਏਗੀ ਕ੍ਰੈਡਿਟ ਸਾਈਡ ਜਿਹਨੂੰ ਅਸੀਂ ਬਾਈ ਸਾਈਡ ਕਹਿੰਦੇ ਹਾਂ। ਇੱਧਰ ਸਾਡਾ ਪ੍ਰੋਫਿਟ ਅਤੇ ਇੰਟਰਸਟ ਔਨ ਡਰਾਇੰਗ ਸ਼ੋ ਹੋਏਗਾ, ਅਤੇ ਇੱਧਰ ਜਿੰਨੇ ਵੀ ਖਰਚੇ ਹੋਣਗੇ, ਜਾਣੀ ਕਿ ਤੁਸੀਂ ਜੇਕਰ ਇਹਨੂੰ ਈਜ਼ੀਲੀ ਯਾਦ ਕਰਨਾ ਚਾਹੋ ਤਾਂ ਇਹ ਕਿਸ ਤਰੀਕੇ ਨਾਲ ਯਾਦ ਰੱਖਿਆ ਜਾ ਸਕਦਾ। ਇੱਧਰਲੀ ਸਾਈਡ ਤੁਸੀਂ ਹਮੇਸ਼ਾ ਯਾਦ ਰੱਖਣਾ ਵੀ ਤੁਹਾਡੇ ਖਰਚੇ ਆਉਣਗੇ, ਅਤੇ ਇੱਧਰਲੀ ਸਾਈਡ ਤੁਹਾਡੀਆਂ ਇਨਕਮਸ ਆਉਣਗੀਆਂ ਵੀ ਜਿੰਨੇ ਤੁਸੀਂ ਆਮਦਨ ਕਮਾਈ। ਹੁਣ ਦੇਖੋ, ਹੁਣ ਇਹਦੇ ਵਿੱਚ ਖਰਚੇ ਕਿਹੜੇ ਆਉਣਗੇ, ਜਿਵੇਂ ਕਿ ਤੁਸੀਂ ਇਹਦੇ ਵਿੱਚ ਫਰਮ ਨੂੰ ਆਪਣੇ ਆਪ ਨੂੰ ਓਨਰ ਮੰਨ ਲੈਣਾ। ਜਿਵੇਂ ਤੁਸੀਂ ਫਰਮ ਆ ਤਾਂ ਫਰਮ ਨੂੰ ਤੁਸੀਂ ਮੰਨੋ ਵੀ ਤੁਸੀਂ ਹੋ, ਜਾਣੀ ਕਿ ਓਨਰ ਹੋ ਤੁਸੀਂ ਉਹਦੇ। ਤਾਂ ਦੇਖੋ, ਹੁਣ ਜੇਕਰ ਤੁਹਾਨੂੰ ਲਾਸ ਹੁੰਦਾ ਤਾਂ ਤੁਸੀਂ ਖਰਚਾ ਵਾ ਤੁਹਾਡਾ, ਤਾਂ ਲਾਸ ਤੁਸੀਂ ਡੈਬਿਟ ਸਾਈਡ ਪਾਓਗੇ। ਜੇਕਰ ਤੁਸੀਂ ਆਪਣਾ ਪ੍ਰੋਫਿਟ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ, ਜਾਣੀ ਕਿ ਇਹਦਾ ਮਤਲਬ ਕੀ ਹੈ ਵੀ ਤੁਸੀਂ ਹੁਣ ਪੈਸਾ ਜਿਹੜਾ ਵਾ ਉਹ ਜ਼ਿਆਦਾ ਵਰਤ ਨਹੀਂ ਸਕਦੇ ਹੈਗੇ ਫਰਮ ਦੇ ਵਿੱਚ, ਤਾਂ ਤੁਸੀਂ ਕੀ ਕੀਤਾ, ਉਹਨੂੰ ਹੁਣ ਟ੍ਰਾਂਸਫਰ ਕਰ ਦਿੱਤਾ। ਤਾਂ ਉਹ ਟ੍ਰਾਂਸਫਰ ਕੀ ਆ, ਤੁਹਾਡਾ ਇੱਕ ਤਰ੍ਹਾਂ ਦਾ ਖਰਚਾ ਹੀ ਆ, ਕਿਉਂਕਿ ਉਹ ਤੁਸੀਂ ਹੁਣ ਵਰਤ ਨਹੀਂ ਸਕਦੇ ਨਾ ਉਹ ਕਿਸੇ ਹੋਰ ਚੀਜ਼ ਦੇ ਲਈ। ਤਾਂ ਕਰਕੇ ਕੀ ਆ, ਡੈਬਿਟ ਸਾਈਡ ਖਰਚਾ ਬਣ ਜਾਏਗਾ। ਸੈਲਰੀ ਟੂ ਦੀ ਪਾਰਟਨਰਸ, ਹੁਣ ਜਿਹੜਾ ਮੇਰੇ ਕੋਲ ਕੰਮ ਕਰਦਾ ਹੋਊ ਬੰਦੇ ਨੂੰ ਮੈਂ ਸੈਲਰੀ ਦਊਂਗਾ ਤਾਂ ਉਹ ਵੀ ਮੇਰਾ ਖਰਚਾ ਵਾ,
ਤਾਂ ਉਹ ਡੈਬਿਟ ਸਾਈਡ ਆਏਗਾ। ਨੈਕਸਟ ਹੈਗਾ ਇੰਟਰਸਟ ਔਨ ਕੈਪੀਟਲ। ਹੁਣ ਜਿਹਨੇ ਮੇਰੇ ਬਿਜ਼ਨਸ ਦੇ ਵਿੱਚ ਪੈਸਾ ਲਾਇਆ ਵਾ ਤਾਂ ਉਹ ਮੇਰੇ ਤੋਂ ਇੰਟਰਸਟ ਜ਼ਰੂਰ ਲਏਗਾ, ਕਿਉਂਕਿ ਵਿਆਜ ਤਾਂ ਲਊਗਾ ਹੀ ਜੇਕਰ ਉਹਨੇ ਪੈਸਾ ਲਾਇਆ, ਤਾਂ ਉਹ ਵੀ ਮੇਰਾ ਇੱਕ ਤਰ੍ਹਾਂ ਦਾ ਖਰਚਾ, ਕਿਉਂਕਿ ਮੈਨੂੰ ਦੇਣਾ ਪੈਣਾ। ਨੈਕਸਟ ਹੈਗਾ ਕਮਿਸ਼ਨ ਟੂ ਦੀਆਂ ਪਾਰਟਨਰਸ, ਵੀ ਜਿਹੜੇ ਪਾਰਟਨਰਸ ਨੇ ਮੇਰੀ ਸੇਲ ਵਧਾਉਣ ਦੇ ਲਈ ਐਫਰਟਸ ਲਾਏ ਨੇ ਤਾਂ ਉਹ ਕਮਿਸ਼ਨ ਵੀ ਭਾਲਣਗੇ, ਤਾਂ ਉਹ ਕਮਿਸ਼ਨ ਵੀ ਉਹਨਾਂ ਨੂੰ ਦਿੱਤਾ ਜਾਊ, ਤਾਂ ਉਹ ਵੀ ਮੇਰਾ ਇੱਕ ਖਰਚਾ ਵਾ, ਤਾਂ ਮੈਂ ਇੱਧਰਲੀ ਸਾਈਡ ਪਾਊਂਗਾ। ਲਾਸਟ ਹੈਗਾ ਪੇਮੈਂਟ ਟੂ ਦੀ ਆ ਡੈਸੀਨੇਟਡ ਫॉर ਦੀ ਆ ਡਿਵੀਡੈਂਡ ਪੇਮੈਂਟ। ਹੁਣ ਡਿਵੀਡੈਂਡ ਪੇਮੈਂਟ ਹੁੰਦੀ ਆ ਵੀ ਜਿਵੇਂ ਕੋਈ ਪਰਸਨ ਨੇ ਕੀ ਆ ਲੋਨ ਦੇਤਾ ਮੈਨੂੰ, ਜਾਂ ਕੀ ਆ ਡਿਵੈਂਚਰ ਇਸ਼ੂ ਕਰ ਦਿੱਤੇ ਤਾਂ ਜੋ ਕੀ ਆ ਉਹ ਪੈਸਾ ਬਾਹਰੋਂ ਰਾਈਜ਼ ਕੀਤਾ ਵਾ, ਤਾਂ ਉਹਨਾਂ ਨੂੰ ਵੀ ਸਾਨੂੰ ਖਰਚਾ ਦੇਣਾ ਪੈਂਦਾ, ਯਾਨੀ ਕਿ ਉਹਨੂੰ ਡਿਵੀਡੈਂਡ ਦੇਣਾ ਪੈਂਦਾ ਜਿੰਨਾ ਉਹਨਾਂ ਨੇ ਪੈਸਾ ਲਾਇਆ ਇੰਟਰਸਟ ਦੇ ਤੌਰ 'ਤੇ। ਇਹਨੂੰ ਐਜ਼ ਏ ਇੰਟਰਸਟ ਵੀ ਮੰਨਿਆ ਜਾ ਸਕਦਾ, ਅਤੇ ਉਹਦੇ ਅਕੋਰਡਿੰਗ ਉਹਨੂੰ ਪੇ ਕਰਨਾ ਪੈਂਦਾ, ਤਾਂ ਉਹ ਵੀ ਸਾਡਾ ਇੱਕ ਤਰ੍ਹਾਂ ਦਾ ਖਰਚਾ ਵਾ, ਤਾਂ ਉਹ ਕਿੱਧਰਲੀ ਸਾਈਡ ਸ਼ੋ ਹੋਏਗਾ, ਡੈਬਿਟ ਸਾਈਡ ਸ਼ੋ ਹੋਏਗਾ। ਨੈਕਸਟ ਹੈ ਸਾਡੇ ਕੋਲ ਪ੍ਰੋਫਿਟ ਐਂਡ ਲਾਸ ਦਾ ਜਿਹੜਾ ਕ੍ਰੈਡਿਟ ਸਾਈਡ ਹੋਏਗਾ, ਇਹਦੀ ਵੀ ਤੁਸੀਂ ਸਕਰੀਨਸ਼ਾਟ ਮਾਰ ਸਕਦੇ ਹੋ ਜੇ ਚਾਹੋ। ਤਾਂ ਇਹਦੇ ਵਿੱਚ ਸਿਰਫ ਤਿੰਨ ਹੀ ਅਮਾਊਂਟਾਂ ਜਿਹੜੀਆਂ ਨੇ ਉਹ ਕੰਸੀਡਰ ਹੁੰਦੀਆਂ ਨੇ, ਤੁਸੀਂ ਉਹ ਦੇਖ ਲੈਣੀਆਂ ਨੇ, ਅਤੇ ਹਮੇਸ਼ਾ ਇਨਕਮ ਮੰਨਣੀ ਹੈ ਵੀ ਇਹ ਇਨਕਮ ਆ ਸਾਡੀ, ਜਾਣੀ ਕਿ ਤੁਸੀਂ ਇੱਕ ਓਨਰ ਹੋ ਤਾਂ ਤੁਹਾਡੀ ਇੱਕ ਇਨਕਮ ਆ, ਤਾਂ ਉਹ ਕਿੱਧਰਲੀ ਸਾਈਡ ਹੋਏਗੀ, ਕ੍ਰੈਡਿਟ ਸਾਈਡ ਹੋਏਗੀ। ਦੇਖੋ ਜਿਵੇਂ ਨੈਟ ਪ੍ਰੋਫਿਟ ਟ੍ਰਾਂਸਫਰ ਟੂ ਦੀ ਪ੍ਰੋਫਿਟ ਐਂਡ ਲਾਸ ਅਕਾਊਂਟ, ਵੀ ਜਿਹੜਾ ਨੈਟ ਪ੍ਰੋਫਿਟ ਆਏਗਾ ਸਾਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ 'ਤੇ ਸਾਡੀ ਇਨਕਮ ਆ, ਤਾਂ ਉਹ ਡੈਬਿਟ ਸਾਈਡ। ਮਨੀ ਟੇਕਨ ਆਊਟ ਫਰੋਮ ਟੂ ਦੀ ਜਨਰਲ ਰਿਜ਼ਰਵ, ਜਨਰਲ ਰਿਜ਼ਰਵ ਦੇ ਵਿੱਚ ਪੈਸਾ ਸੀਗਾ ਅਤੇ ਮੈਂ ਉਹ ਕਢਾ ਲਿਆ, ਤਾਂ ਉਹ ਵੀ ਸਾਡੀ ਕੀ ਹੈ ਇੱਕ ਤਰ੍ਹਾਂ ਦਾ ਮੇਰੇ ਕੋਲ ਹੱਥ ਦੇ ਵਿੱਚ ਪੈਸਾ ਆ ਗਿਆ, ਯਾਨੀ ਕਿ ਮੇਰੇ ਕੋਲ ਇਨਕਮ ਆ ਗਈ, ਤਾਂ ਉਹ ਵੀ ਕੀ ਆ ਮੇਰੀ ਇਨਕਮ ਆ, ਤਾਂ ਉਹ ਮੈਂ ਕ੍ਰੈਡਿਟ ਸਾਈਡ ਪਾਊਂਗਾ। ਲਾਸਟ ਵਨ ਹੈਗਾ ਡਰਾਇੰਗ ਬਾਈ ਦੀ ਆ ਪਾਰਟਨਰਸ ਐਂਡ ਇੰਟਰਸਟ ਦੇਅਰ ਅਪੋਨ, ਵੀ ਹੁਣ ਜਿਹੜਾ ਉਹਨਾਂ ਨੇ ਕੀ ਇੱਕ ਡਰਾਇੰਗ ਕਢਾ ਲਈਆਂ ਪਰਸਨਲ ਯੂਜ਼ ਲਈ ਪੈਸਾ ਕਢਾਇਆ, ਤਾਂ ਉਹਦੇ ਉੱਤੇ ਵਿਆਜ ਪੇ ਕਰੂਗਾ ਉਹ, ਤਾਂ ਜੋ ਕੀ ਆ ਉਹ ਆਪਣੇ ਆਪ ਨੂੰ ਵਧੀਆ ਢੰਗ ਦੇ ਨਾਲ ਉਸ ਚੀਜ਼ ਨੂੰ ਮੈਨੇਜ ਕਰ ਸਕੇ। ਕਿਉਂਕਿ ਹੁਣ ਦੇਖੋ ਡਰਾਇੰਗ ਉਹ ਬੰਦਾ ਪਰਸਨਲ ਯੂਜ਼ ਲਈ ਕਢਾ ਰਿਹਾ, ਜੇਕਰ ਪਰਸਨਲ ਯੂਜ਼ ਲਈ ਉਹਨੇ ਪੈਸਾ ਕਢਾਇਆ ਤਾਂ ਫਰਮ ਉਹ ਤੋਂ ਕੀ ਹੈ ਇੱਕ ਤਰ੍ਹਾਂ ਦਾ ਇੰਟਰਸਟ ਚਾਰਜ ਕਰਦੀ ਹੈ, ਕਿਉਂਕਿ ਉਹਨੇ ਉਹਨੂੰ ਇੱਕ ਤਰ੍ਹਾਂ ਦਾ ਲੋਨ ਦਿੱਤਾ ਹੋਇਆ, ਤਾਂ ਉਹ ਬੰਦੇ ਦੀ ਜਿਹੜੀ ਡਰਾਇੰਗ ਤੋਂ ਜਿਹੜਾ ਪੈਸਾ ਆਏਗਾ, ਉੱਪਰਲਾ ਪੈਸਾ ਆਏਗਾ, ਮੰਨ ਲਓ ਉਹਨੇ 3000 ਦਿੱਤਾ, ਤਾਂ 3000 ਦੇ ਵਿੱਚੋਂ ਜਿਹੜਾ 200 ਰੁਪਈਆ ਹੁਣ ਉਹਨੇ 3200 ਰੁਪਈਆ ਤੋਂ ਵਾਪਸ ਲਿਆ, ਜਾਣੀ ਕਿ 3200 ਰੁਪੀਜ਼ ਵਾਪਸ ਲਿਆ, ਜਿਹੜਾ 200 ਆ ਉਹ ਇੰਟਰਸਟ ਔਨ ਡਰਾਇੰਗ ਹੈ, ਜਾਣੀ ਕਿ ਫਰਮ ਨੂੰ ਪ੍ਰੋਫਿਟ ਹੋਇਆ, ਤਾਂ ਉਹਨਾਂ ਨੇ ਕਿੱਧਰਲੀ ਸਾਈਡ ਪਾ ਲੈਣਾ ਵਾ, ਬਾਈ ਸਾਈਡ ਪਾ ਲੈਣਾ ਵਾ। ਬਟ ਜਿਹੜੀ ਡਰਾਇੰਗ ਆ ਉਹ ਸਾਡੀ ਕੀ ਆ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਏਗੀ, ਕਿੱਧਰਲੀ ਸਾਈਡ, ਟੂ ਸਾਈਡ। ਆ ਇਹਦਾ ਪਰਫਾਰਮਾ ਵਾ ਜਿਹਦੇ ਵਿੱਚ ਅਸੀਂ ਗੱਲ ਕੀਤੀ ਹੈ, ਜਿਹਦੇ ਹੁਣ ਇਹਦੇ ਵਿੱਚ ਡੈਬਿਟ ਕ੍ਰੈਡਿਟ ਕੰਸੀਡਰ ਕੀਤੇ ਆ, ਤਾਂ ਅਸੀਂ ਇਹਦੀ ਸਕਰੀਨਸ਼ਾਟ ਜਾਂ ਤੁਸੀਂ ਕੀ ਆ ਇਹਨੂੰ ਬੁੱਕ ਤੋਂ ਵੀ ਦੇਖ ਸਕਦੇ ਹੋ ਜਾਂ ਸਕਰੀਨਸ਼ਾਟ ਮਾਰ ਕੇ ਵੀ ਰੱਖ ਸਕਦੇ ਹੋ। ਤਾਂ ਹੁਣ ਮੈਂ ਇਹਦੇ ਬਾਰੇ ਇੱਕ ਇੱਕ ਟਰਮ ਦੇ ਬਾਰੇ ਗੱਲ ਕਰ ਲੈਂਦੇ ਹਾਂ। ਜਿਵੇਂ ਪਹਿਲਾ ਆਏਗਾ ਪ੍ਰੋਫਿਟ ਐਂਡ ਲਾਸ, ਜੇਕਰ ਲਾਸ ਹੋਇਆ ਤਾਂ ਇੱਧਰਲੀ ਸਾਈਡ ਖਰਚਾ ਵਾ। ਇੰਟਰਸਟ ਔਨ ਕੈਪੀਟਲ, ਵੀ ਜਿਹੜਾ ਕੈਪੀਟਲ ਪੇ ਕਰਾਂਗੇ ਇੰਟਰਸਟ ਦਾ, ਤਾਂ ਉਹ ਵੀ ਖਰਚਾ ਵਾ, ਤਾਂ ਇੱਧਰਲੀ ਸਾਈਡ ਹੀ ਆਏਗਾ। ਨੈਕਸਟ ਹੈਗਾ ਵਾ ਸੈਲਰੀ, ਪਾਰਟਨਰ ਸੈਲਰੀ ਪੇ ਕੀਤੀ, ਉਹ ਵੀ ਇੱਕ ਤਰ੍ਹਾਂ ਦਾ ਐਕਸਪੈਂਸ, ਉਹ ਵੀ ਇੱਧਰ ਹੀ ਆਏਗਾ। ਨੈਕਸਟ ਹੈਗਾ ਪਾਰਟਨਰਸ ਕਮਿਸ਼ਨ, ਵੀ ਜਿਹੜਾ ਮੈਂ ਕਮਿਸ਼ਨ ਪੇ ਕਰੂੰਗਾ ਪਾਰਟਨਰ ਨੂੰ, ਠੀਕ ਆ, ਉਹ ਵੀ ਮੇਰਾ ਇੱਕ ਤਰ੍ਹਾਂ ਦਾ ਖਰਚਾ ਵਾ, ਇੱਧਰ ਹੀ ਕੰਸੀਡਰ ਹੋਏਗਾ। ਟੂ ਰਿਜ਼ਰਵ, ਜੇਕਰ ਮੇਰੇ ਕੋਲ ਪੈਸਾ ਮੈਂ ਰਿਜ਼ਰਵ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਤਾਂ ਉਹ ਵੀ ਮੇਰਾ ਖਰਚਾ ਇੱਧਰ ਆਏਗਾ। ਅਤੇ ਲਾਸਟ ਦੇ ਵਿੱਚ ਜੇਕਰ ਸਾਰਾ ਘਟਾ ਵਧਾ ਕੇ ਜੇਕਰ ਮੈਨੂੰ ਪ੍ਰੋਫਿਟ ਆਇਆ ਤਾਂ ਮੈਂ ਉਹਨੂੰ ਕੀ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਵੰਡ ਦੂੰਗਾ। ਇੱਧਰ ਕੀ ਆਏਗਾ, ਜੇਕਰ ਮੈਨੂੰ ਪ੍ਰੋਫਿਟ ਹੋਇਆ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਇੱਧਰਲੀ ਸਾਈਡ ਹੋਏਗਾ, ਜੇਕਰ ਇੰਟਰਸਟ ਔਨ ਡਰਾਇੰਗ ਪੇ ਕੀਤਾ ਵਾ ਪਾਰਟਨਰਸ ਨੇ ਤਾਂ ਉਹ ਵੀ ਇੱਧਰਲੀ ਸਾਈਡ ਹੋਏਗਾ। ਮੰਨ ਲਓ ਇੱਧਰ ਮੇਰਾ ਟੋਟਲ ਹੈਗਾ 60000, ਅਤੇ ਕ੍ਰੈਡਿਟ ਸਾਈਡ ਜਿਹੜਾ ਵਾ ਮੈਂ ਖਰਚਾ ਘਟਾ ਕੇ ਕਿੰਨਾ ਬਚਿਆ 48000 ਪੂਰਾ ਬਣਿਆ, ਪੂਰੇ ਐਕਸਪੈਂਸਿਸ, ਤਾਂ ਮੈਂ ਇਹਦੇ ਵਿੱਚ ਘਟਾ ਦੂੰਗਾ ਤਾਂ 12000 ਮੈਨੂੰ ਕੀ ਹੋਇਆ ਪ੍ਰੋਫਿਟ ਹੋਇਆ, ਤਾਂ ਉਹ ਮੇਰਾ ਕਿੱਧਰਲੀ ਸਾਈਡ ਸ਼ੋ ਹੋਏਗਾ, ਡੈਬਿਟ ਸਾਈਡ ਸ਼ੋ ਹੋਏਗਾ। ਅਤੇ ਇਹਨੂੰ ਕਿਵੇਂ ਬਣੂਗਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ। ਮੰਨ ਲਓ 3 ਪਾਰਟਨਰ ਨੇ ਅਤੇ ਉਹ ਤਿੰਨੇ ਕੀ ਨੇ, ਉਹ ਤਿੰਨਾਂ ਦਾ ਜਿਹੜਾ ਖਰਚਾ ਵਾ, ਸੌਰੀ ਜਿਹੜਾ ਤਿੰਨੇ ਹੀ ਨੇ ਉਹਨਾਂ ਨੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਕੁਅਲ ਰੱਖੀ ਹੈ, 3 ਪਾਰਟਨਰ ਦਾ ਜਿਹੜਾ 12000 ਆ ਉਹ ਮੈਂ ਕਿਵੇਂ ਵੰਡੂੰਗਾ 3 ਪਾਰਟਸ ਦੇ ਵਿੱਚ, ਯਾਨੀ ਕਿ 1/3 ਦੇ ਨਾਲ ਡਿਵਾਈਡ ਕਰ ਦੂੰਗਾ, ਤਾਂ ਕਿੰਨਾ ਆਊਗਾ 4000 ਸਾਰਿਆਂ ਨੂੰ ਮਿਲ ਜੂਗਾ। ਤਾਂ ਇਹ 4000 ਉਹਨਾਂ ਦੇ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਏਗਾ। ਇਹ ਸੀਗਾ ਸਾਡਾ ਪ੍ਰੋਫਿਟ ਐਂਡ ਲਾਸ ਅਕਾਊਂਟ, ਐਪਰੋਪ੍ਰੀਏਸ਼ਨ ਅਕਾਊਂਟ। ਇਹਦਾ ਹੀ ਅਸੀਂ ਪ੍ਰੈਕਟੀਕਲ ਕੁਐਸਚਨ ਕਰਾਂਗੇ ਲਾਸਟ ਦੇ ਵਿੱਚ ਸੈਸ਼ਨ ਦੇ ਐਂਡ 'ਤੇ ਬਟ ਫਿਰ ਵੀ ਅਸੀਂ ਅੱਗੇ ਕੀ ਆ ਟੌਪਿਕ ਕੰਟੀਨਿਊਸ ਕਰਦੇ ਹਾਂ ਕੈਪੀਟਲ ਅਕਾਊਂਟ ਦੇ ਨਾਲ। ਇਹ ਵੀ ਨੈਕਸਟ ਜਿਹੜਾ ਵਾ ਅਕਾਊਂਟ ਇਹ ਤੋਂ ਬਾਅਦ ਓਪਨ ਹੁੰਦਾ ਐਪਰੋਪ੍ਰੀਏਸ਼ਨ ਅਕਾਊਂਟ ਤੋਂ ਬਾਅਦ। ਇਹ ਦੋ ਤਰ੍ਹਾਂ ਦੇ ਅਕਾਊਂਟ ਹੁੰਦੇ ਆ। ਫਸਟ ਹੈਗਾ ਵੈਨ ਦੀ ਕੈਪੀਟਲ ਅਕਾਊਂਟ ਆਰ ਫਿਕਸਡ, ਜੇਕਰ ਕੈਪੀਟਲ ਅਕਾਊਂਟ ਫਿਕਸਡ ਹੋਇਆ ਤਾਂ ਇਹਦੇ ਵਿੱਚ ਦੋ ਅਕਾਊਂਟ ਓਪਨ ਹੁੰਦੇ ਆ, ਇੱਕ ਤਾਂ ਹੁੰਦਾ ਕੈਪੀਟਲ ਅਕਾਊਂਟ ਓਪਨ ਹੋਏਗਾ, ਇੱਕ ਹੋਏਗਾ ਕਰੰਟ ਅਕਾਊਂਟ। ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ। ਤਾਂ ਹੁਣ ਦੇਖੋ ਜੇਕਰ ਕੈਪੀਟਲ ਅਕਾਊਂਟ ਓਪਨ ਕਰਦਾ ਤਾਂ ਉਹਦੇ ਵਿੱਚ ਕੀ ਆਈਟਮ ਆਉਣਗੀਆਂ, ਓਪਨਿੰਗ ਬੈਲੈਂਸ ਆਫ ਦੀ ਕੈਪੀਟਲ ਅਕਾਊਂਟ। ਹੁਣ ਇਹਦੇ ਵਿੱਚ ਟੀ ਸ਼ੇਪ ਹੀ ਬਣਦੀ ਹੁੰਦੀ ਆ, ਬਾਏ ਸਾਈਡ ਜਿਹੜਾ ਹੁੰਦਾ ਵਾ ਇੱਕ ਟੂ ਸਾਈਡ ਹੁੰਦਾ ਵਾ। ਤਾਂ ਬਾਏ ਸਾਈਡ ਆਏਗਾ ਜੇਕਰ ਓਪਨਿੰਗ ਬੈਲੈਂਸ ਦਿੱਤਾ ਹੋਊਗਾ ਤੁਹਾਨੂੰ ਕੈਪੀਟਲ ਦਾ, ਤਾਂ ਉਹ ਬਾਏ ਸਾਈਡ ਕੰਸੀਡਰ ਹੋਏਗਾ, ਇੱਧਰਲੀ ਸਾਈਡ ਆਏਗਾ, ਅਤੇ ਜਿਹੜੇ ਪਾਰਟਨਰ ਹੋਣਗੇ ਉਹਨਾਂ ਦੇ ਨਾਮ ਨਾਲ ਆ ਜਾਏਗਾ। ਨੈਕਸਟ ਹੈਗਾ ਵਾ ਜੇਕਰ ਨਵੀਂ ਕੈਪੀਟਲ ਇੰਟਰੋਡਿਊਸ ਕਰਦਾ ਤਾਂ ਉਹ ਵੀ ਬਾਏ ਸਾਈਡ ਹੀ ਆਏਗਾ, ਜੇਕਰ ਉਹ ਘਟਾਉਂਦਾ ਵਾ ਤਾਂ ਟੂ ਸਾਈਡ ਆਏਗਾ। ਠੀਕ ਹੈ ਜੀ। ਅਤੇ ਬਸ ਇਹ ਤੋਂ ਬਾਅਦ ਤੁਸੀਂ ਹੋਰ ਕੋਈ ਚੀਜ਼ ਨਹੀਂ ਕੰਸੀਡਰ ਕਰਨੀ, ਅਤੇ ਸਾਰੀਆਂ ਚੀਜ਼ਾਂ ਕੀ ਨੇ ਇੱਥੇ ਹੀ ਟੋਟਲ ਕਰ ਲੈਣਾ, ਅਤੇ ਇੱਥੇ ਲਿਖ ਲੈਣਾ ਟੂ ਬੈਲੈਂਸ ਕੈਰੀ ਡਾਊਨ। ਜੇਕਰ ਘਟ ਗਿਆ ਇੱਧਰਲੀ ਸਾਈਡ, ਮੰਨ ਲਓ ਵੀ ਇਹਦਾ ਟੋਟਲ ਆਇਆ 20000 ਆ ਗਿਆ, ਅਤੇ ਇੱਧਰ ਆ ਗਿਆ 10000, ਤਾਂ ਕਿੰਨਾ ਘਾਟਾ ਪੈ ਗਿਆ, ਕਿੰਨੇ ਦਾ ਫਰਕ ਰਹਿ ਗਿਆ 10000, ਤਾਂ ਉਹ ਬੈਲੈਂਸ ਕੈਰੀ ਡਾਊਨ ਵੀ ਕਲੋਜ਼ਿੰਗ ਦੇ ਵਿੱਚ ਹਲੇ ਵੀ ਉਹਨੇ 10000 ਬਿਜ਼ਨਸ ਦੇ ਵਿੱਚ ਲਾਇਆ ਹੋਇਆ। ਤਾਂ ਇਹਦੇ ਨਾਲ ਕੀ ਆ ਤੁਹਾਡਾ ਕੈਪੀਟਲ ਅਕਾਊਂਟ ਕੀ ਆ ਕੰਪਲੀਟ ਹੋ ਗਿਆ। ਬਟ ਜਿਹੜਾ ਕਰੰਟ ਅਕਾਊਂਟ ਹੋਏਗਾ ਉਹਦੇ ਵਿੱਚ ਸਾਰੇ ਖਰਚੇ ਆਉਣਗੇ, ਉਹ ਹੁਣ ਤੁਹਾਨੂੰ ਕਿਵੇਂ ਪਤਾ ਲੱਗੇਗਾ, ਇਹਦਾ ਜਿਹੜਾ ਪਰਫਾਰਮਾ ਬਣਿਆ ਹੋਏਗਾ ਨੈਕਸਟ ਮੈਂ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾ ਦੂੰਗਾ।
ਨੈਕਸਟ ਹੈਗਾ ਵਾ ਵੀ ਵੈਨ ਦੀ ਕੈਪੀਟਲ ਅਕਾਊਂਟ ਆਰ ਫਲਕਚੁਏਟਿੰਗ। ਹੁਣ ਜੇ ਫਲਕਚੁਏਟਿੰਗ ਹੋਵੇ ਤਾਂ ਇਹਦੇ ਵਿੱਚ ਜਿੰਨੇ ਵੀ ਸਾਰੇ ਖਰਚੇ ਹੋਣਗੇ ਜਾਂ ਇਨਕਮਾਂ ਹੋਣਗੀਆਂ ਉਹ ਸਾਰੀਆਂ ਅਸੀਂ ਕੰਸੀਡਰ ਕਰਾਂਗੇ ਉਹਨਾਂ ਦੇ ਕੈਪੀਟਲ ਅਕਾਊਂਟ ਦੇ ਵਿੱਚ। ਇਹ ਸਿਰਫ ਇੱਕ ਹੀ ਅਕਾਊਂਟ ਬਣਦਾ ਵਾ, ਉਹਨੂੰ ਅਸੀਂ ਕਹਿੰਦੇ ਹਾਂ ਕੈਪੀਟਲ ਅਕਾਊਂਟ। ਹੁਣ ਉਹਦੇ ਵਿੱਚ ਦੇਖੋ ਕੀ ਕੀ ਆਉਂਦਾ ਵਾ। ਜੇਕਰ ਉਹਦਾ ਕ੍ਰੈਡਿਟ ਸਾਈਡ ਦੀ ਗੱਲ ਕਰੀਏ, ਠੀਕ ਹੈ ਜੀ, ਇੱਕ ਤਾਂ ਹੁੰਦੀ ਹੈ ਡੈਬਿਟ ਸਾਈਡ ਇੱਧਰ ਬਾਏ ਵਾਲੀ, ਇੱਧਰ ਟੂ ਸਾਈਡ। ਤਾਂ ਬਾਏ ਸਾਈਡ ਕੀ ਆਏਗਾ, ਪਹਿਲਾਂ ਉਵੇਂ ਓਪਨਿੰਗ ਬੈਲੈਂਸ ਆਏਗਾ। ਜੇਕਰ ਐਡੀਸ਼ਨਲ ਕੈਪੀਟਲ ਉਹਨੇ ਕੰਟਰੀਬਿਊਟ ਕੀਤੀ ਹੈ ਤਾਂ ਇੱਧਰ ਆਏਗੀ। ਬਾਏ ਸੈਲਰੀ ਉਹ ਵੀ ਇੱਧਰ ਹੀ ਆਏਗੀ। ਇੰਟਰਸਟ ਔਨ ਕੈਪੀਟਲ ਉਹ ਵੀ ਇੱਧਰ ਹੀ ਆਏਗਾ ਅਤੇ ਪ੍ਰੋਫਿਟ ਸ਼ੇਅਰ ਉਹ ਵੀ ਇੱਧਰ ਆਏਗਾ। ਅਤੇ ਜੇਕਰ ਹੋਰ ਈਜ਼ੀ ਤਰੀਕੇ ਨਾਲ ਯਾਦ ਕਰਨਾ ਤਾਂ ਉਹ ਕਿਵੇਂ ਹੋ ਸਕਦਾ, ਤੁਹਾਨੂੰ ਜਿਹੜਾ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਇਆ, ਹੁਣ ਉਹਦੇ ਵਿੱਚ ਦੇਖੋ, ਹੁਣ ਆਹ ਅਕਾਊਂਟ ਬਣਾਇਆ, ਇਹਦੇ ਵਿੱਚ ਕੀ ਸੀਗਾ, ਪਾਰਟਨਰ ਸੈਲਰੀ। ਮੰਨ ਲਓ ਵੀ ਇਹ ਏ ਦੀ ਕੈਪੀਟਲ ਆ, ਜਾਂ ਸੌਰੀ ਏ ਦੀ ਸੈਲਰੀ ਆ ਅਤੇ ਆ ਏ ਦਾ ਹੀ ਕਮਿਸ਼ਨ ਆ, ਤਾਂ ਉਹਦੇ ਅਕਾਊਂਟ ਦੇ ਵਿੱਚ ਇਹ ਕਿੱਧਰਲੀ ਸਾਈਡ ਹੋ ਜਾਏਗਾ, ਬਾਈ ਸਾਈਡ ਪੈ ਗਿਆ, ਜਾਣੀ ਕਿ ਕ੍ਰਾਸ ਟਰੀਟਮੈਂਟ ਹੋਏਗੀ। ਜਿਹੜੇ ਖਰਚੇ ਇਹਦੇ ਤੁਸੀਂ ਇੱਧਰਲੀ ਸਾਈਡ ਕੰਸੀਡਰ ਕੀਤੇ ਆ ਤਾਂ ਉਹ ਬਾਈ ਸਾਈਡ ਪੈ ਜਾਣਗੇ, ਅਤੇ ਜੇਕਰ ਉਹਦਾ ਕੋਈ ਡਰਾਇੰਗ ਆ ਜਾਂ ਇੰਟਰਸਟ ਔਨ ਡਰਾਇੰਗ ਆ ਤਾਂ ਉਹ ਕਿੱਧਰ ਆ, ਟੂ ਸਾਈਡ ਆ ਜਾਏਗੀ। ਤਾਂ ਇਹ ਚੀਜ਼ ਤੁਸੀਂ ਯਾਦ ਰੱਖਣਾ ਵੀ ਉਹਨਾਂ ਦੀ ਕ੍ਰਾਸ ਟਰੀਟਮੈਂਟ ਹੋਏਗੀ। ਤੁਸੀਂ ਇਹ ਤੋਂ ਈਜ਼ੀਲੀ ਕਰ ਸਕਦੇ ਹੋ। ਇਹਦੇ ਬਾਰੇ ਜਦੋਂ ਆਪਾਂ ਕੁਐਸਚਨ ਕਰਾਂਗੇ ਇਹਦੇ ਪ੍ਰੈਕਟੀਕਲ, ਤਾਂ ਤੁਹਾਨੂੰ ਜ਼ਿਆਦਾ ਕੰਸੀਡਰ ਹੋ ਜਾਏਗਾ ਵੀ ਕਿਸ ਤਰੀਕੇ ਨਾਲ ਮੈਂ ਕਹਿ ਰਿਹਾ ਵੀ ਪ੍ਰੋਫਿਟ ਐਂਡ ਲਾਸ ਦੀ ਕ੍ਰਾਸ ਟਰੀਟਮੈਂਟ ਕਰ ਦੇਣੀ ਆ ਉਹਨਾਂ ਦੇ ਕੈਪੀਟਲ ਅਕਾਊਂਟ ਦੇ ਵਿੱਚ, ਉਹ ਤੁਹਾਨੂੰ ਸਮਝ ਆ ਜਾਏਗੀ। ਇਹ ਸੀਗਾ ਸਾਡਾ ਕੈਪੀਟਲ ਅਕਾਊਂਟ ਫਲਕਚੁਏਟਿੰਗ। ਅਤੇ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ ਵੀ ਜਿਹੜਾ ਇਹਦਾ ਅਗਲਾ ਅਕਾਊਂਟ, ਜਿਹੜੇ ਇਹਨਾਂ ਦੇ ਪ੍ਰੋਫਾਰਮੇ ਨੇ। ਹੁਣ ਪ੍ਰੋਫਾਰਮਾ ਦੇਖੋ, ਫਸਟ ਹੈਗਾ ਵਾ ਵੈਨ ਦੀ ਕੈਪੀਟਲ ਅਕਾਊਂਟ ਇਜ਼ ਫਿਕਸਡ, ਵੀ ਜਦੋਂ ਫਿਕਸਡ ਕੈਪੀਟਲ ਅਕਾਊਂਟ ਹੋਵੇ ਤਾਂ ਕਿਵੇਂ ਹੁੰਦਾ ਵਾ। ਦੇਖੋ ਇੱਧਰ ਆਏਗਾ ਬੈਲੈਂਸ ਬਰੌਡ ਆਨ, ਜਿਹੜਾ ਤੁਹਾਨੂੰ ਸ਼ੁਰੂ ਦੇ ਵਿੱਚ ਕੈਪੀਟਲ ਦਿੱਤੀ ਹੋਏਗੀ ਉਹ ਤਿੰਨਾਂ ਦੀ, ਜਿਹੜੇ ਪਾਰਟਨਰ ਹੈਗੇ ਉਹਨਾਂ ਦੇ ਵਿੱਚ ਪਾ ਲੈਣੀ ਆ। ਐਡੀਸ਼ਨਲ ਕੈਪੀਟਲ, ਜਿਵੇਂ ਹੁਣ ਮੰਨ ਲਓ ਵੀ ਐਡੀਸ਼ਨਲ ਕੈਪੀਟਲ ਕਿਹਨੇ ਕੰਟਰੀਬਿਊਟ ਕੀਤੀ ਆ, ਏ ਨੇ ਕੀਤੀ ਆ, ਤਾਂ ਏ ਦੇ ਅਕਾਊਂਟ ਦੇ ਵਿੱਚ ਹੀ ਤੁਸੀਂ 2000 ਜਾਂ 2000 ਪਾ ਲੈਣਾ ਵਾ। ਬੀ ਤੇ ਸੀ ਦੇ ਅਕਾਊਂਟ ਦੇ ਵਿੱਚ ਕੁਝ ਨਹੀਂ ਆਏਗਾ, ਕਿਉਂਕਿ ਜਿਹੜੀ ਕੰਟਰੀਬਿਊਸ਼ਨ ਕੀਤੀ ਉਹ ਏ ਨਹੀਂ ਕੀਤੀ। ਇਸੇ ਤਰੀਕੇ ਨਾਲ ਵੀ ਜੇਕਰ ਬੀ ਕਰੇ ਤਾਂ ਬੀ ਦੇ ਅਕਾਊਂਟ ਦੇ ਵਿੱਚ ਆਏਗੀ, ਸੀ ਕਰੇਗਾ ਤਾਂ ਸੀ ਦੇ ਅਕਾਊਂਟ। ਤਾਂ ਹੁਣ ਇਹਦਾ ਬੈਲੈਂਸ ਵੀ ਉਹਨਾਂ ਦੇ ਅਕਾਊਂਟ ਦੇ ਨਾਲ ਹੀ ਬੈਲੈਂਸ ਕੀਤਾ ਜਾਊਗਾ। ਮੰਨ ਲਓ ਹੁਣ ਉਹਨਾਂ ਨੇ ਜਿਹੜਾ ਕੈਸ਼ ਆ ਉਹ ਜਿਹੜੇ ਕੈਪੀਟਲ ਆ ਉਹ ਕਢਾ ਲਈ, ਮੰਨ ਲਓ ਬੀ ਨੇ ਕਢਾ ਲਈ, ਤਾਂ ਬੀ ਦੇ ਵਿੱਚ ਆ ਜਾਏਗਾ 2000। ਤਾਂ ਮੰਨ ਲਓ ਵੀ ਇਹਦਾ ਹੁਣ 10000 ਟੋਟਲ ਸੀਗਾ ਇੱਧਰਲੀ ਸਾਈਡ, ਤਾਂ 2000 ਘਟਾ ਕੇ ਕਿੰਨਾ ਬਚਿਆ, 8000। ਤਾਂ 8000 ਕੀ ਆਏਗਾ, ਬੈਲੈਂਸ ਕੈਰੀਡ ਆਊਟ। ਤਾਂ ਇਸੇ ਤਰੀਕੇ ਨਾਲ ਸਾਰਿਆਂ ਦਾ ਬੈਲੈਂਸ ਕੱਢਣਾ ਵਾ, ਅਤੇ ਇਹਦੇ ਵਿੱਚ ਸਿਰਫ ਕੈਪੀਟਲ ਦੇ ਨਾਲ ਹੀ ਡੀਲ ਕੀਤਾ ਜਾਂਦਾ ਵਾ। ਕੋਈ ਵੀ ਖਰਚਾ ਜਾਂ ਸੈਲਰੀ ਕਮਿਸ਼ਨ ਇਹ ਕੁਛ ਵੀ ਚੀਜ਼ ਕੰਸੀਡਰ ਨਹੀਂ ਕੀਤੀ ਜਾਂਦੀ। ਨੈਕਸਟ ਹੈਗਾ ਵਾ ਸਾਡੇ ਕੋਲ ਫਲਕਚੁਏਟਿੰਗ ਕੈਪੀਟਲ ਅਕਾਊਂਟ। ਹੁਣ ਫਲਕਚੁਏਟਿੰਗ ਕੈਪੀਟਲ ਅਕਾਊਂਟ ਦੇ ਵਿੱਚ ਹੁਣ ਅਸੀਂ ਸਾਰੀਆਂ ਚੀਜ਼ਾਂ ਕੰਸੀਡਰ ਕਰਾਂਗੇ। ਬੈਲੈਂਸ ਬਰੌਡ ਆਨ ਵੀ ਆਏਗਾ, ਠੀਕ ਆ। ਜੇਕਰ ਐਡੀਸ਼ਨਲ ਕੈਪੀਟਲ ਇੰਟਰੋਡਿਊਸ ਕੀਤੀ ਉਹ ਵੀ ਇੱਧਰ ਹੀ ਆਏਗੀ। ਇੰਟਰਸਟ ਪੇ ਕੀਤਾ ਕੈਪੀਟਲ ਦਾ, ਹੁਣ ਇੰਟਰਸਟ ਔਨ ਕੈਪੀਟਲ ਹੁਣ ਜਦੋਂ ਮੈਂ ਤੁਹਾਨੂੰ ਦਿਖਾਵਾਂ ਤਾਂ ਕਿੱਧਰ ਪਿਆ ਹੋਵੇਗਾ। ਜੇ ਅਸੀਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਤੋਂ ਦੇਖੀਏ ਤਾਂ ਦੇਖੋ ਇੰਟਰਸਟ ਔਨ ਕੈਪੀਟਲ ਇੱਧਰ ਪਿਆ ਹੈ, ਤਾਂ ਉਹ ਇੱਧਰ ਆ, ਤਾਂ ਕੈਪੀਟਲ ਅਕਾਊਂਟ ਦੇ ਵਿੱਚ ਨੈਕਸਟ ਸਾਈਡ ਆ ਜਾਏਗਾ, ਯਾਨੀ ਕਿ ਬਾਏ ਸਾਈਡ ਆ ਜਾਏਗਾ। ਹੁਣ ਉਹ ਦੇਖੋ ਕਿਵੇਂ ਆਇਆ, ਆ ਦੇਖੋ ਇਹਦੇ ਵਿੱਚ ਦਿੱਤਾ ਹੋਇਆ ਨਾ ਵੀ ਇੰਟਰਸਟ ਔਨ ਕੈਪੀਟਲ, ਤਾਂ ਹੁਣ ਦੇਖੋ ਉੱਧਰ ਪਿਆ ਹੋਇਆ ਸੀ ਤਾਂ ਇੱਧਰ ਆ ਗਿਆ। ਤਾਂ ਇਸੇ ਤਰੀਕੇ ਨਾਲ ਮੈਂ ਕਹਿ ਰਿਹਾ ਵੀ ਉਹਦਾ ਉਲਟੀ ਟਰੀਟਮੈਂਟ ਹੋ ਜਾਏਗੀ। ਮੰਨ ਲਓ ਜੋ ਏ ਨੇ ਕੀਤਾ ਤਾਂ ਏ ਦੀ ਕੈਪੀਟਲ ਦੇ ਵਿੱਚ ਆਏਗਾ, ਬੀ ਨੂੰ ਪੇ ਕੀਤਾ ਤਾਂ ਬੀ ਦੇ ਆਏਗਾ, ਸੀ ਦਾ ਆਏਗਾ ਤਾਂ ਸੀ ਦੇ ਵਿੱਚ ਕਰ ਦਿੱਤਾ ਜਾਏਗਾ। ਤਾਂ ਇਸੇ ਤਰੀਕੇ ਨਾਲ ਜਿਹੜੀ ਸੈਲਰੀ ਹੋਏਗੀ, ਮੰਨ ਲਓ ਵੀ ਜਿਹੜੀ ਸੈਲਰੀ ਆ ਪਾਰਟਨਰਸ ਦੀ, ਏ ਦੀ ਸੈਲਰੀ ਆ, ਠੀਕ ਹੈ ਜੀ, ਏ ਦੀ ਸੈਲਰੀ ਮੰਨ ਲਓ ਉਹਨਾਂ ਨੂੰ ਪੇ ਕੀਤੀ ਗਈ ਇੱਥੇ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ। ਆ ਦੇਖੋ ਮੰਨ ਲਓ ਵੀ ਇੱਥੇ ਏ ਦੀ ਸੈਲਰੀ ਪੇ ਕੀਤੀ ਗਈ, ਤਾਂ ਇਹ ਕ੍ਰਾਸ ਟਰੀਟਮੈਂਟ ਜਾਣੀ ਕਿ ਬਾਏ ਸਾਈਡ ਆਏਗੀ। ਤਾਂ ਹੁਣ ਦੇਖੋ ਉਹਦੀ ਬਾਏ ਸਾਈਡ ਸ਼ੋ ਕੀਤੀ ਹੋਏਗੀ, ਆ ਦੇਖੋ ਬਾਏ ਸਾਈਡ ਸੈਲਰੀ ਆਫ ਪਾਰਟਨਰਸ ਸ਼ੋ ਕੀਤਾ ਹੋਇਆ। ਤਾਂ ਇੱਥੇ ਤੁਸੀਂ ਪਾ ਲੈਣਾ ਵਾ, ਐਵੇਂ ਕਮਿਸ਼ਨ ਪੈ ਜਾਏਗਾ। ਜੇਕਰ ਇੰਟਰਸਟ ਔਨ ਡਰਾਇੰਗ ਆ ਉਹ ਦੇਖੋ ਤੁਸੀਂ ਕਿੱਧਰਲੀ ਸਾਈਡ ਪਾਇਆ ਸੀ, ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ। ਆ ਦੇਖੋ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਦੇ ਵਿੱਚ ਤੁਸੀਂ ਇਹਨੂੰ ਪਾਇਆ ਸੀਗਾ, ਆ ਪਾਇਆ ਸੀ। ਤਾਂ ਇਹ ਕਿੱਧਰ ਆਏਗਾ, ਇੱਧਰਲੀ ਸਾਈਡ ਸ਼ੋ ਹੋ ਜਾਏਗਾ, ਯਾਨੀ ਕਿ ਟੂ ਸਾਈਡ ਆ ਜਾਏਗਾ ਕਿਹਦੇ, ਕੈਪੀਟਲ ਅਕਾਊਂਟ ਦੇ ਵਿੱਚ। ਹੁਣ ਉਹ ਦੇਖੋ ਕਿਵੇਂ ਆ, ਆ ਦੇਖੋ ਆ ਪੈ ਗਿਆ, ਠੀਕ ਹੈ ਜੀ। ਇਸੇ ਤਰੀਕੇ ਨਾਲ ਡਰਾਇੰਗ ਇੱਧਰ ਆ ਜਾਏਗੀ, ਅਤੇ ਜਿਹੜਾ ਪ੍ਰੋਫਿਟ ਐਂਡ ਲਾਸ ਦਾ ਬੈਲੈਂਸ ਹੋਏਗਾ ਉਹ ਇੱਧਰ, ਜੇ ਲਾਸ ਆਇਆ, ਜੇ ਪ੍ਰੋਫਿਟ ਆਇਆ ਤਾਂ ਇੱਧਰ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਚੀਜ਼ਾਂ ਬਣਦੀਆਂ ਨੇ ਕੈਪੀਟਲ ਅਕਾਊਂਟ। ਇਹ ਜਦੋਂ ਤੁਸੀਂ ਪ੍ਰੈਕਟੀਕਲ ਕਰੋਗੇ ਤਾਂ ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ। ਨੈਕਸਟ ਹੈ, ਹੁਣ ਅਸੀਂ ਪ੍ਰੈਕਟੀਕਲ ਕੁਐਸਚਨ ਵੱਲ ਚੱਲਦੇ ਹਾਂ। ਕੁਐਸਚਨ ਦੇ ਵਿੱਚ ਤੁਸੀਂ ਕੀ ਆ, ਥੋੜ੍ਹੇ ਜਿਹੇ ਪੁਆਇੰਟਸ ਨੂੰ ਹਾਈਲਾਈਟ ਕਰਦੇ ਰਹਿਣਾ ਵਾ, ਟਿਕ ਕਰਦੇ ਰਹਿਣਾ, ਤਾਂ ਜੋ ਕੀ ਆ ਤੁਹਾਨੂੰ ਈਜ਼ੀਲੀ ਇਹ ਚੀਜ਼ਾਂ ਸਮਝ ਆਉਣ। ਜਿਹੜੀਆਂ ਚੀਜ਼ਾਂ ਉੱਤੇ ਮੈਂ ਜ਼ਿਆਦਾ ਇੰਪੋਰਟੈਂਸ ਦੇਵਾਂਗਾ ਤਾਂ ਤੁਸੀਂ ਵੀ ਉਸੇ ਚੀਜ਼ਾਂ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਦੇਣੀ ਹੈ। ਜਿਵੇਂ ਫਸਟ ਹੈਗਾ, ਦੇ ਕੰਟਰੀਬਿਊਟ ਟੂ ਦੀ ਕੈਪੀਟਲ ਆਫ 1000 ਐਂਡ 50,000। ਹੁਣ ਦੇਖੋ ਦੋ ਪਰਸਨ ਸੀਗੇ, ਉਹਨਾਂ ਨੇ ਜੂਟ ਦਾ ਬੈਗ ਤਿਆਰ ਕਰਨਾ ਸ਼ੁਰੂ ਕੀਤਾ, ਅਤੇ ਉਹਦੇ ਵਿੱਚ ਜਿਹੜੇ ਦੋ ਬੰਦੇ ਸੀ, ਸਿੰਘ ਅਤੇ ਗੁਪਤਾ, ਉਹਨਾਂ ਨੇ ਕੰਟਰੀਬਿਊਟ ਕੀਤਾ। ਸਿੰਘ ਨੇ 1 ਲੱਖ ਕੀਤੀ ਆ ਅਤੇ ਗੁਪਤਾ ਨੇ 50,000 ਕੀਤੀ ਆ। ਕਦੋਂ, 1 ਅਪ੍ਰੈਲ 2012, ਯਾਨੀ ਕਿ ਸਟਾਰਟਿੰਗ ਦੇ ਵਿੱਚ ਕੀਤੀ ਹੈ, ਸ਼ੁਰੂ ਦੇ ਵਿੱਚ। ਅਤੇ ਜਿਹੜਾ ਸਿੰਘ ਸੀਗਾ, ਹੁਣ ਦੇਖੋ, ਹੁਣ ਸਿੰਘ ਐਕਸਪ੍ਰੈਸ ਟੂ ਦੀ ਵਿਲਿੰਗ ਟੂ ਦੀ ਐਡਮਿਟ ਸ਼ਕਤੀ। ਹੁਣ ਉਹਨੇ ਸੋਚਿਆ ਵੀ ਅਸੀਂ ਸ਼ਕਤੀ ਨੂੰ ਇੱਕ ਨਵਾਂ ਪਾਰਟਨਰ ਕੰਸੀਡਰ ਕਰ ਲਈਏ। ਜੇਕਰ ਤਾਂ ਉਹ ਗੁਪਤਾ ਮੰਨ ਗਿਆ,
ਤਾਂ ਫਿਰ ਉਹ ਐਡਮਿਟ ਕਰ ਸਕਦਾ, ਨਹੀਂ ਫਿਰ ਨਹੀਂ ਕਰ ਸਕਦਾ। ਹੁਣ ਦੇਖੋ ਉਹਨਾਂ ਨੇ ਕੀ ਕੀਤਾ, ਉਹ ਕਹਿੰਦਾ ਵੀ ਭਾਈ ਵਿਦਆਊਟ ਕੈਪੀਟਲ, ਮੈਂ ਹੁਣ ਦੱਸਿਆ ਸੀ ਵੀ ਵਿਦਆਊਟ ਕੈਪੀਟਲ ਵੀ ਕੋਈ ਬੰਦਾ ਪਾਰਟਨਰ ਬਣ ਸਕਦਾ ਵਾ। ਅਤੇ ਫਿਰ ਉਹ ਕਹਿੰਦਾ ਵੀ ਉਹਦੇ ਕੋਲ ਕੀ ਆ, ਸਪੈਸ਼ਲ ਸਕਿੱਲਸ ਨੇ ਅਤੇ ਕ੍ਰੀਏਟਿਵ ਆ, ਤਾਂ ਕਰਕੇ ਮੈਂ ਉਹਨੂੰ ਐਡ ਕਰ ਰਿਹਾ। ਅਤੇ ਜਿਹੜਾ ਗੁਪਤਾ ਵਾ ਐਗਰੀ ਹੋ ਗਿਆ, ਜਾਣੀ ਕਿ ਹੁਣ ਉਹ 3 ਜਣੇ ਪਾਰਟਨਰ ਬਣ ਚੁੱਕੇ ਨੇ। ਤਾਂ ਹੁਣ ਉਹਨਾਂ ਨੇ ਕੀ ਕੀਤਾ, ਪਾਰਟਨਰਸ਼ਿਪ ਫਰਮ ਦੇ ਵਿੱਚ ਕੀ ਕੀ ਕੀਤਾ, ਹੁਣ ਦੇਖੋ ਉਹਨਾਂ ਨੇ ਕੰਡੀਸ਼ਨ ਰੱਖੀਆਂ ਨੇ। ਪਹਿਲਾ ਹੈਗਾ ਗੁਪਤਾ ਅਤੇ ਸ਼ਕਤੀ ਜਿਹੜਾ ਵਾ ਪ੍ਰੋਫਿਟ ਕਿਵੇਂ ਕੰਸੀਡਰ ਕਰਨਗੇ, 2:1। ਪਹਿਲਾ ਪੁਆਇੰਟ ਸਾਡਾ ਕੈਪੀਟਲ ਜਿਹੜੀ ਸ਼ੁਰੂ ਕੀਤੀ ਸੀ ਉਹਦੀ ਡੇਟ, ਅਤੇ ਤੀਜਾ ਹੈਗਾ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ 2:1 ਦੀ ਆ। ਨੈਕਸਟ ਹੈਗਾ ਵਾ ਇੰਟਰਸਟ ਔਨ ਕੈਪੀਟਲ। ਹੁਣ ਦੇਖੋ ਇੰਟਰਸਟ ਔਨ ਕੈਪੀਟਲ ਕਿੰਨਾ ਵਾ, 6%। ਹੁਣ ਇਹ ਮਾਈਂਡ ਦੇ ਵਿੱਚ ਰੱਖਣਾ ਵੀ ਉਹਨੇ 6% ਉਹਨੂੰ ਇੰਟਰਸਟ ਔਨ ਕੈਪੀਟਲ ਦੇ ਰਿਹਾ। ਅਤੇ ਜੇਕਰ ਸ਼ਾਰਟੇਜ ਆਫ ਕੈਪੀਟਲ, ਕੈਪੀਟਲ ਦੀ ਸ਼ਾਰਟੇਜ ਹੋ ਗਈ, ਤਾਂ ਜਿਹੜਾ ਸਿੰਘ ਸੀਗਾ ਉਹਨੇ ਨਵੀਂ ਕੈਪੀਟਲ ਹੋਰ ਕੰਟਰੀਬਿਊਟ ਕੀਤੀ। 25,000 ਕਦੋਂ ਕੀਤੀ ਆ, 30 ਸਤੰਬਰ ਨੂੰ। ਇਹ ਵੀ ਮਾਈਂਡ ਦੇ ਵਿੱਚ ਰੱਖਣੀ ਹੈ ਵੀ 30 ਸਤੰਬਰ ਨੂੰ ਇੰਟਰਸਟ ਔਨ ਕੈਪੀਟਲ ਕਿੰਨਾ, 6%। ਨੈਕਸਟ ਹੈਗਾ ਵਾ ਗੁਪਤਾ ਜਿਹੜਾ ਵਾ ਉਹਨੇ ਵੀ ਕੰਟਰੀਬਿਊਟ ਕੀਤੀ 10,000 1 ਜਨਵਰੀ 2013, ਯਾਨੀ ਕਿ 1 ਜਨਵਰੀ ਅਗਲੇ ਸਾਲ ਕੀਤੀ। 1 ਜਨਵਰੀ 2013 ਨੂੰ 10,000 ਕੰਟਰੀਬਿਊਟ ਕੀਤੇ ਐਡੀਸ਼ਨਲ ਕੈਪੀਟਲ ਦੇ ਵਿੱਚ। ਅਤੇ ਹੁਣ ਜਿਹੜਾ ਫਰਮ ਦਾ ਪ੍ਰੋਫਿਟ ਸੀਗਾ ਐਂਡ ਦੇ ਵਿੱਚ ਕਿੰਨਾ ਆ ਗਿਆ, 1,68,900 ਰੁਪਈਆ ਉਹਦਾ ਪ੍ਰੋਫਿਟ ਆ ਗਿਆ। ਤਾਂ ਅਸੀਂ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਣਾਉਣਾ ਵਾ। ਤਾਂ ਹੁਣ ਅਸੀਂ ਇਹਨੂੰ ਸਟਾਰਟ ਕਰਦੇ ਹਾਂ ਸਾਰੀ ਇਨਫੋਰਮੇਸ਼ਨ ਦੇ ਨਾਲ, ਵੀ ਤੁਹਾਨੂੰ ਪਤਾ ਬਿਗਨਿੰਗ ਕੈਪੀਟਲ ਕਿੰਨੀ ਸੀਗੀ, ਅਤੇ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਰੇਸ਼ੀਓ ਕਿੰਨੀ ਸੀਗੀ, ਇੰਟਰਸਟ ਔਨ ਕੈਪੀਟਲ ਕਿੰਨਾ ਸੀਗਾ, ਐਡੀਸ਼ਨਲ ਕੈਪੀਟਲ ਜਿਹੜੀ ਸਿੰਘ ਨੇ ਕੰਟਰੀਬਿਊਟ ਕੀਤੀ ਉਹ ਕਿੰਨੀ ਆ, ਅਤੇ ਗੁਪਤਾ ਨੇ ਜਿਹੜੀ ਕੰਟਰੀਬਿਊਟ ਕੀਤੀ ਕਿੰਨੀ ਆ, ਅਤੇ ਲਾਸਟ ਦੇ ਵਿੱਚ ਮੈਨੂੰ ਪ੍ਰੋਫਿਟ ਕਿੰਨਾ ਵਾ। ਉਹ ਸਾਰੀਆਂ ਚੀਜ਼ਾਂ ਹੁਣ ਦੇਖ ਲਈਆਂ। ਪਰਫਾਰਮੈਂਸ ਸਾਨੂੰ ਯਾਦ ਆ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਦਾ, ਤਾਂ ਉਹਨੂੰ ਬਣਾਉਂਦੇ ਹੁਣ ਇਹਨੂੰ। ਆ ਬਣ ਗਿਆ ਜੀ, ਦੇਖੋ ਪ੍ਰੋਫਿਟ ਐਂਡ ਲਾਸ ਦਾ ਜਿਹੜਾ ਬੈਲੈਂਸ ਸੀਗਾ 1,68,900 ਇੱਥੇ ਪਾ ਲਿਆ। ਹੁਣ ਆ ਦੇਖੋ ਇੰਟਰਸਟ ਔਨ ਕੈਪੀਟਲ ਕਿਵੇਂ ਕੈਲਕੂਲੇਟ ਕੀਤਾ, ਹੁਣ ਇਹਨੂੰ ਦੇਖਦੇ ਹਾਂ। ਦੇਖੋ ਆ ਵਰਕਿੰਗ ਨੋਟ ਵੀ ਮੈਂ ਤੁਹਾਡੇ ਲਈ ਬਣਾਇਆ ਵਾ। ਇੰਟਰਸਟ ਔਨ ਕੈਪੀਟਲ, ਦੇਖੋ ਇੰਟਰਸਟ ਔਨ ਕੈਪੀਟਲ 1 ਲੱਖ ਰੁਪਈਆ ਸੀਗਾ ਸ਼ੁਰੂ ਦੇ ਵਿੱਚ। ਆਇਆ ਕਦੋਂ ਆਇਆ, 1 ਅਪ੍ਰੈਲ 2012 ਨੂੰ ਸ਼ੁਰੂ ਕੀਤਾ, ਜਾਣੀ ਕਿ ਪੂਰੇ ਸਾਲ ਚੱਲੀ। 31 ਮਾਰਚ ਤੱਕ ਨਾ ਉਹਨੇ ਘਟਾਇਆ, ਵਧਾਈ ਜ਼ਰੂਰ ਆ। ਤਾਂ ਉਹਦੇ 6% ਕੈਪੀਟਲ ਇੰਟਰਸਟ ਮਿਲ ਜਾਏਗਾ, ਕਿੰਨਾ, 1 ਸਾਲ ਦੇ ਲਈ। ਤਾਂ 1 ਸਾਲ ਦੇ ਲਈ ਉਹਦਾ ਇੰਟਰਸਟ ਕੱਢਿਆ, ਕਿੰਨਾ ਆ, 6,000। ਨੈਕਸਟ ਹੈਗਾ 25,000। 25,000 ਜਿਹੜੀ ਉਹਨੇ ਕੰਟਰੀਬਿਊਟ ਕੀਤੀ ਕਦੋਂ ਕੀਤੀ, 30 ਸਤੰਬਰ ਨੂੰ ਕੀਤੀ। ਆਪਾਂ ਉਹ ਕੁਐਸਚਨ ਦੇ ਵਿੱਚ ਵੀ ਅੰਡਰਲਾਈਨ ਕੀਤਾ ਸੀ, ਦੇਖ ਲੈਂਦੇ ਹਾਂ। ਆ ਦੇਖੋ ਵੀ ਜਿਹੜਾ ਸਿੰਘ ਸੀਗਾ ਉਹਨੇ 30 ਸਤੰਬਰ 2012 ਨੂੰ 25,000 ਕੰਟਰੀਬਿਊਟ ਕੀਤਾ। ਤਾਂ ਹੁਣ ਉਹਦਾ ਇੰਟਰਸਟ ਕਿੰਨਾ ਬਣੇਗਾ, ਦੇਖੋ ਸਤੰਬਰ ਤੋਂ ਕਾਊਂਟ ਕਰਨ ਲੱਗ ਜਾਓ, ਕਿੰਨੇ ਮੰਥ ਹੁੰਦੇ ਆ, ਅਕਤੂਬਰ, ਕਿਉਂਕਿ ਸਤੰਬਰ ਦਾ ਤਾਂ ਪੂਰਾ ਹੋ ਗਿਆ, ਫਿਰ ਅਕਤੂਬਰ ਪੂਰਾ, ਫਿਰ ਨਵੰਬਰ ਪੂਰਾ, ਫਿਰ ਦਸੰਬਰ, ਫਿਰ ਜਨਵਰੀ, ਫਿਰ ਫਰਵਰੀ, ਫਿਰ ਮਾਰਚ। ਕਿੰਨੇ ਹੋ ਗਏ, 6 ਮੰਥ ਹੋ ਗਏ। ਤਾਂ 6 ਮੰਥ ਦਾ ਅਸੀਂ ਉਹਨੂੰ ਇੰਟਰਸਟ ਦੇਵਾਂਗੇ, ਪੂਰੇ ਸਾਲ ਦਾ ਨਹੀਂ ਦੇਵਾਂਗੇ। ਕਿਉਂ ਨਹੀਂ ਦੇਵਾਂਗੇ, ਕਿਉਂਕਿ ਉਹਨੇ 30 ਸਤੰਬਰ ਤੋਂ ਬਾਅਦ ਕੰਟਰੀਬਿਊਸ਼ਨ ਕੀਤੀ ਆ। ਤਾਂ 6 ਮਹੀਨੇ ਦਾ ਜਿਹੜਾ ਇੰਟਰਸਟ ਆਇਆ ਉਹ ਕਿੰਨਾ ਆ, ਦੇਖੋ 750 ਰੁਪਈਆ ਆਇਆ। ਤਾਂ ਹੁਣ ਇਹਨੂੰ ਅਸੀਂ ਪਲੱਸ ਕਰ ਦਾਂਗੇ, ਤਾਂ ਕਿੰਨਾ ਬਣਿਆ, 67,500 ਰੁਪਈਆ ਜਿਹੜੇ ਸਾਡੇ ਇੰਟਰਸਟ ਦੀ ਕੈਪੀਟਲ ਦੀ ਬਣ ਗਈ ਸੀ। ਤਾਂ ਉਹ ਅਸੀਂ ਦੇਖਿਆ। ਤਾਂ ਹੁਣ ਦੇਖੋ ਇਹ ਕਿੰਨੀ ਬਣੀ ਆ, ਦੇਖੋ ਆ ਬਣ ਗਈ ਸਿੰਘ ਦੀ 67,050 ਰੁਪਈਏ, ਯਾਨੀ ਕਿ 6,750 ਰੁਪੀਜ਼ ਜਿਹੜੇ ਉਹਦੇ ਇੰਟਰਸਟ ਔਨ ਕੈਪੀਟਲ ਬਣ ਗਿਆ। ਤਾਂ ਇਸੇ ਤਰੀਕੇ ਨਾਲ ਹੁਣ ਅਸੀਂ ਗੁਪਤੇ ਦੀ ਵੀ ਦੇਖਣੀ ਆ। ਹੁਣ ਦੇਖੋ ਗੁਪਤਾ ਨੇ ਜਿਹੜਾ 50,000 ਕੰਟਰੀਬਿਊਟ ਕੀਤਾ ਉਹ 1 ਅਪ੍ਰੈਲ 2012 ਨੂੰ ਕੀਤਾ, ਯਾਨੀ ਕਿ ਸੈਸ਼ਨ ਦੇ ਸਟਾਰਟਿੰਗ ਤੋਂ ਕੀਤਾ। ਤਾਂ ਉਹਦਾ ਕਿੰਨਾ ਨੇ 6% ਪੂਰੇ ਸਾਲ ਦਾ ਇੰਟਰਸਟ ਲੱਗਿਆ, ਕਿੰਨਾ ਆਇਆ, 30,000। ਉਹਨੇ 10,000 ਫਿਰ ਫਰਦਰ ਕੰਟਰੀਬਿਊਟ ਕੀਤੀ। ਹੁਣ ਦੇਖੋ ਫਰਦਰ ਕੰਟਰੀਬਿਊਸ਼ਨ ਕਦੋਂ ਕੀਤੀ, ਤਾਂ ਉਹਨਾਂ ਨੇ ਦੱਸਿਆ ਵੀ ਜਿਹੜੀ ਫਰਦਰ ਕੰਟਰੀਬਿਊਸ਼ਨ ਕੀਤੀ ਸੀਗੀ ਉਹਨਾਂ ਨੇ ਕੀਤੀ 1 ਜਨਵਰੀ 2013, ਜਾਣੀ ਕਿ ਹੁਣ ਜਨਵਰੀ ਦਾ ਹਾਲੇ ਪੂਰਾ ਮੰਥ ਕੰਪਲੀਟ ਨਹੀਂ ਹੋਇਆ ਸੀ, ਜਾਣੀ ਕਿ ਸਟਾਰਟਿੰਗ ਦੇ ਵਿੱਚ ਹੀ ਕਰ ਲਈ। ਤਾਂ ਗਿਣ ਲਓ ਵੀ ਕਿੰਨੇ ਮੰਥ ਬਣਦੇ ਆ, ਜਨਵਰੀ ਜਨਵਰੀ ਆ ਗਿਆ, ਫਰਵਰੀ ਪੂਰਾ ਆਏਗਾ, ਅਤੇ ਮਾਰਚ। ਕਿੰਨੇ ਮੰਥ ਬਣੇ, 3 ਮੰਥਸ ਬਣੇ। ਤਾਂ 3 ਮੰਥ ਦਾ ਤੁਸੀਂ ਇੰਟਰਸਟ ਕੈਲਕੂਲੇਟ ਕਰ ਲੈਣਾ। ਦੇਖੋ ਕਿੰਨਾ ਬਣੇਗਾ, ਜੇ ਤੁਸੀਂ 10,000 ਨੂੰ 6% ਜਿਹੜਾ ਇੰਟਰਸਟ ਦੇ ਨਾਲ 3 ਮਹੀਨੇ ਦਾ ਕੱਢੋਗੇ ਤਾਂ ਕਿੰਨਾ ਆਏਗਾ, 150 ਰੁਪਏ ਆ ਜਾਏਗਾ। ਤਾਂ ਇਹਨੂੰ ਟੋਟਲ ਕਰ ਲੈਣਾ, ਕਿੰਨਾ ਬਣਿਆ, 31,50 ਰੁਪਏ ਜਿਹੜੇ ਬਣੇ ਉਹਦੇ ਪੈਸੇ। ਤਾਂ ਦੇਖੋ ਆ ਉਹਦੇ ਪਾ ਲਏ। ਤਾਂ ਇਹਨਾਂ ਦਾ ਟੋਟਲ ਕਰ ਲੈਣਾ, ਕਿੰਨਾ ਆਇਆ, 99,000। ਤਾਂ ਹੁਣ 1,68,900 ਦੇ ਵਿੱਚੋਂ ਤੁਸੀਂ 9,900 ਜਿਹੜਾ ਵਾ ਲੈਸ ਕਰ ਦੇਣਾ। ਤਾਂ ਕਿੰਨਾ ਬਚ ਜਾਏਗਾ, 1 ਲੱਖ, ਸੌਰੀ ਕਿੰਨਾ ਬਣ ਜਾਏਗਾ, ਕਿੰਨਾ ਬਚ ਜਾਏਗਾ ਉਹਨਾਂ ਕੋਲ, 1,59,000 ਜਿਹੜਾ ਵਾ ਉਹ ਪੈਸੇ ਬਚ ਗਏ। ਤਾਂ ਇਹ ਟੋਟਲ ਪ੍ਰੋਫਿਟ ਆ। ਹੁਣ ਇਹਨੂੰ ਅਸੀਂ ਵੰਡਿਆ ਜਾਊਗਾ, ਜਿਹੜੀ ਰੇਸ਼ੋ ਦਿੱਤੀ ਸੀ 2:1। ਤਾਂ ਫਿਰ ਜਿਵੇਂ ਸਿੰਘ ਦਾ ਵਾ ਉਹਦੀ 2 ਰੇਸ਼ੋ ਆ, ਡਿਵਾਈਡ ਬਾਏ ਟੋਟਲ ਕਰ ਲੈਣਾ ਇਹਨਾਂ ਦਾ ਕਿੰਨਾ ਹੁੰਦਾ। ਤਾਂ ਉਹ ਬੇਸ ਜਿਹੜਾ ਆਏਗਾ ਇਹਦਾ ਥੱਲੇ ਵਾਲਾ ਬੇਸ ਬਣੇਗਾ ਉਹ ਕਿੰਨਾ ਹੋਏਗਾ, ਇਹਨਾਂ ਟੋਟਲ ਕਿੰਨਾ ਆ, 5। ਠੀਕ ਹੈ ਜੀ। ਤਾਂ ਹੁਣ ਇਹਨੂੰ ਕਿਵੇਂ ਵੰਡਿਆ ਜਾਊਗਾ, ਦੇਖੋ 59,000 ਮਲਟੀਪਲਾਈ ਬਾਈ 2 ਡਿਵਾਈਡ ਬਾਈ 5। ਤਾਂ ਇਹਨੂੰ ਕਟਿੰਗ ਕਰਦੇ ਹਾਂ, 5 3 ਦਾ 15, 5 1 ਦਾ 5, 4 ਕੈਰੀ 8 ਆ ਗਿਆ, 00।
यानी कि 31,800 ਨੂੰ 2 ਨਾਲ ਮਲਟੀਪਲਾਈ ਕਰੋ 0 0 16 2 ਤੇ 1 3 ਤੇ 2 6 ਆ ਜਾਏਗਾ ਵੀ ਜਿਹੜਾ ਸਿੰਘ ਆ ਉਹਦੀ ਕੰਟਰੀਬਿਊਸ਼ਨ ਕਿੰਨੀ ਹੋਏਗੀ 63,600 63,600 ਆ ਦੇਖੋ ਅਸੀਂ ਹੁਣ ਬਣਾਇਆ ਇੱਥੇ ਆ ਦੇਖੋ ਆ ਪਿਆ 63,600 ए ਦੀ ਸਿੰਘ ਦੀ ਆ ਤੇ ਬੀ ਜਿਹੜਾ ਗੁਪਤਾ ਵਾ ਉਹ ਵੀ 2 ਦੇ ਨਾਲ ਕੰਟਰੀਬਿਊਟ ਕਰ ਰਿਹਾ ਤਾਂ ਸੇਮ ਹੋਏਗੀ ਉਹਦੀ ਵੀ ਕੰਟਰੀਬਿਊਸ਼ਨ ਤੇ ਜਿਹੜਾ ਸ਼ਕਤੀ ਆ ਉਹਦਾ ਕੱਢ ਲਓ 1,59,000 ਡਿਵਾਈਡ ਬਾय 1/3 ਤੇ ਇਹਦੀ ਕਟਿੰਗ ਕਰ ਲਓ 5 3 ਸੌਰੀ ਇੱਥੇ ਕਿੰਨਾ ਆਉਣਾ ਸੀ ਇੱਥੇ 3 ਨਹੀਂ ਆਉਣਾ ਸੀ ਇੱਥੇ 5 ਆਉਣਾ ਸੀ ਕਿਉਂਕਿ ਟੋਟਲ ਉਹਨਾਂ ਦਾ ਬੇਸ 5 ਸੀਗਾ ਡਿਵਾਈਡ ਕਰੋ 5 3 ਦਾ 1 ਫਿਰ 1 ਫਿਰ 4 ਕਿੰਨਾ ਆਇਆ 800 ਯਾਨੀ ਕਿ ਕਿੰਨਾ ਆਇਆ 31,800 ਜਿਹੜਾ ਉਹਦਾ ਆਨਸਰ ਆ ਗਿਆ ਹੋਊਗਾ ਜੇਕਰ ਤੁਸੀਂ ਕੈਲਸੀ ਯੂਜ਼ ਕਰਦੇ ਹੋ ਤਾਂ ਕੈਲਸੀ ਤੇ ਕਰ ਸਕਦੇ ਹੋ ਜੇਕਰ ਤੁਸੀਂ CBSE ਦੇ ਹੋ ਤਾਂ ਤੁਸੀਂ ਕੀ ਆ ਆਪਣੀ ਕਾਪੀ ਦੇ ਉੱਤੇ ਕਟਿੰਗ ਕਰਕੇ ਦੇਖ ਸਕਦੇ ਹੋ ਤਾਂ ਇੰਨਾ ਬਣੇਗਾ ਤਾਂ ਇੰਨੀ ਕੰਟਰੀਬਿਊਸ਼ਨ ਅਸੀਂ ਆ ਦਿਖਾਤੀ ਤਾਂ ਇੰਨਾ ਟੋਟਲ ਕੀ ਆਏਗਾ 1,59,000 ਆਨਸਰ ਇਹਦਾ ਆ ਜਾਏਗਾ ਆਈ ਹੋਪ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਮੈਂ ਜਿਹੜਾ ਪੂਰਾ ਜਿਹੜਾ ਕੁਐਸਚਨ ਸਮਝਾਇਆ ਇਸੇ ਨਾਲ ਮੈਂ ਤੁਹਾਨੂੰ 3 ਪ੍ਰੈਕਟੀਕਲ ਕੁਐਸਚਨ ਦੇ ਕੇ ਜਾ ਰਿਹਾ ਹਾਂ ਤਾਂ ਤੁਸੀਂ ਇਹ ਸੋਲਵ ਕਰਕੇ ਇਹਨਾਂ ਦੇ ਆਨਸਰ ਵੀ ਮੇਰੇ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਵੀ ਸਕਦੇ ਹੋ ਤੇ ਸਕਰੀਨਸ਼ਾਟ ਮਾਰ ਕੇ ਤੁਸੀਂ ਇਹਨੂੰ ਕਾਪੀ ਦੇ ਉੱਤੇ ਲਿਖ ਲੈਣਾ ਤੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਇਹਦੇ ਆਨਸਰ ਮੈਨੂੰ ਦੱਸਣੇ ਆ ਇਹ ਫਸਟ ਸੀਗਾ ਆ ਸੈਕੰਡ ਕੁਐਸਚਨ ਆ ਜਿਹੜਾ ਕਿ ਮੈਂ ਹੁਣੀ ਸੋਲਵ ਕਰਾਇਆ ਤੁਸੀਂ ਇਹਨੂੰ ਦੁਬਾਰਾ ਵੀ ਕਰਕੇ ਦੇਖਣਾ ਵਾ ਤੇ ਇਹਨੂੰ ਆਪਣੇ ਅਕੋਰਡਿੰਗ ਇਹਨੂੰ ਜੱਜ ਕਰੋ ਤੇ ਆਪਣੇ ਅਕੋਰਡਿੰਗ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਤੇ ਆ ਥਰਡ ਕੁਐਸਚਨ ਆ ਤੇ ਤੁਸੀਂ ਇਹਦਾ ਵੀ ਸਕਰੀਨਸ਼ਾਟ ਮਾਰ ਲੈਣਾ ਤੇ ਇਹਨੂੰ ਦੇਖ ਕੇ ਇਹਦੇ ਵਿੱਚ ਦੱਸਣਾ ਮੈਨੂੰ ਕਿੰਨਾ ਲਾਸ ਐਕਰ ਹੋਇਆ ਤੇ ਇਹਦਾ ਆਨਸਰ ਜਿਹੜੇ ਆ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਇਹ ਜਿਹੜੇ 3 ਕੁਐਸਚਨ ਸੀਗੇ ਤੇ ਇੱਕ ਚੌਥਾ ਕੁਐਸਚਨ ਆ ਤੁਹਾਡੇ ਲਈ ਇਹਦਾ ਵੀ ਤੁਸੀਂ ਸਕਰੀਨਸ਼ਾਟ ਮਾਰ ਸਕਦੇ ਹੋ ਤੇ ਇਹਦੇ ਆਨਸਰ ਜਿਹੜੇ ਨੇ ਉਹ ਮੇਰੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੇ ਜੇਕਰ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਈ ਤਾਂ ਮੈਨੂੰ ਜ਼ਰੂਰ ਦੱਸਣਾ ਤੇ ਮੈਂ ਤੁਹਾਡੇ ਉਸ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਹੋ ਸਕਦਾ ਵੀ ਜੇਕਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਨਾ ਆਵੇ ਤਾਂ ਤੁਸੀਂ ਇਸ ਚੀਜ਼ ਨੂੰ ਕਰਦੇ ਰਹਿਣਾ ਪ੍ਰੋਫਿਟ ਐਂਡ ਲਾਸ ਕਾਊਂਟ ਕਰ ਲੈਣਾ ਨੈਕਸਟ ਜਿਹੜਾ ਸੈਸ਼ਨ ਬਣਾਉਂਗਾ ਉਹਦੇ ਵਿੱਚ ਅਸੀਂ ਕੈਪੀਟਲ ਅਕਾਊਂਟ ਦੇ ਬਾਰੇ ਗੱਲ ਕਰਾਂਗੇ ਕੈਪੀਟਲ ਅਕਾਊਂਟ ਫਿਕਸਡ ਕੈਪੀਟਲ ਅਕਾਊਂਟ ਤੇ ਫਲਕਚੁਏਟਿੰਗ ਕੈਪੀਟਲ ਅਕਾਊਂਟ ਇਹਦੇ ਵਿੱਚ ਅਸੀਂ ਜਿਹੜੇ ਕੁਐਸਚਨ ਨੇ ਉਹ ਸੋਲਵ ਕਰਾਂਗੇ ਪ੍ਰੈਕਟੀਕਲ ਸੋਲਵ ਤੇ ਮੈਂ ਤੁਹਾਡੇ ਲਈ ਉਹਦੇ ਹੋਮਵਰਕ ਵੀ ਦਵਾਂਗਾ ਆਈ ਹੋਪ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਵੇਗਾ ਜੇਕਰ ਸੈਸ਼ਨ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਸਟ ਡੂ ਇਟ ਫॉर ਬ੍ਰਾਈਟ ਫਿਊਚਰ ਐਂਡ ਆਲਸੋ press bell icon related to the updation of my new videos I will continue with this +2 class syllabus and from starting and when you have been facing any kind of problem so give your suggestion on my comment box thanks a lot watching for my session